ਗੁਰਦਾਸ ਮਾਨ ਨੇ ਜੋ ਪਹਿਲਾਂ ਗੱਲ ਕਹੀ ਸੀਗੀ ਕਿ ਯਾਰ ਇੱਕ ਮਿਊਚੁਅਲ ਭਾਸ਼ਾ ਹੋਣੀ ਚਾਹੀਦੀ ਹੈਗੀ ਆ, ਕੀ ਉਹ ਗੱਲ ਸਹੀ ਸੀ? ਅੱਜ ਬਹੁ ਗਿਣਤੀ ਦੀ ਭਾਸ਼ਾ ਮੈਨੂੰ ਸਮਝ ਆਉਂਦੀ ਹੈ ਤਾਂ ਮੈਂ ਬਹੁ ਗਿਣਤੀ ਦੀ ਭਾਸ਼ਾ ਬੋਲਣ ਲਈ ਮਜਬੂਰ ਹਾਂ। ਕੱਲ੍ਹ ਨੂੰ ਮੈਨੂੰ ਬਹੁ ਗਿਣਤੀ ਦਾ ਸੱਭਿਆਚਾਰ ਸਮਝ ਆਊਗਾ, ਮੈਂ ਬਹੁ ਗਿਣਤੀ ਦਾ ਸੱਭਿਆਚਾਰ ਬਣਾਊਂਗਾ। ਪਰਸੋਂ ਮੈਨੂੰ ਬਹੁ ਗਿਣਤੀ ਦਾ ਪਹਿਰਾਵਾ ਸਮਝ ਆਊਗਾ, ਠੀਕ ਹੈ, ਫਿਰ ਮੈਂ ਬਹੁ ਗਿਣਤੀ ਦਾ ਪਹਿਰਾਵਾ ਸਮਝਾਊਂਗਾ, ਕਿਉਂਕਿ ਬਹੁ ਗਿਣਤੀ ਦਾ ਪੱਗ ਬੰਨ੍ਹਦੀ ਨਹੀਂ। ਤੇ ਫਿਰ ਤੁਸੀਂ ਕਹੋਗੇ ਕਿ ਨਹੀਂ, ਦੇਖੋ ਦੇਸ਼ ਦੇ ਵਿੱਚ ਜਿਹੜੇ ਲੋਕ ਜਿਹੜੇ ਜ਼ਿਆਦਾ ਹੋਣਗੇ ਅਸੀਂ ਉਹੀ ਰੱਖਾਂਗੇ, ਤੇ ਬਹੁਤੇ ਲੋਕ ਤਾਂ ਪੱਗ ਬੰਨ੍ਹਦੇ ਨਹੀਂ। ਇੱਕ ਚੀਜ਼ ਮੇਰੀ ਸੌਖ ਦੇ ਲਈ ਦੁਨੀਆ ਤੇ ਮੌਜੂਦ ਹੈ, ਠੀਕ ਹੈ, ਤਾਂ ਮੇਰੀ ਸੌਖ ਦੇ ਲਈ ਜਿਹੜੀ ਚੀਜ਼ ਮੌਜੂਦ ਹੈ, ਮੇਰਾ ਰਾਈਟ ਹੈ, ਮੈਂ ਜਿਹੜੀ ਮਰਜ਼ੀ ਚੀਜ਼ ਆਪਸ਼ਨ ਕਰਾਂ। ਇਹਦੇ ਨਾਲ ਮੇਰਾ ਤੁਸੀਂ ਨੈਤਿਕਤਾ ਨਹੀਂ ਜੋੜ ਸਕਦੇ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਤੁਸੀਂ ਧੱਕਾ ਕਰਦੇ ਹੋ ਮੇਰੇ ਨਾਲ ਕਿ ਤੁਸੀਂ ਇਸੇ ATM ਦੇ ਵਿੱਚ ਜਾ ਕੇ ਪੰਜਾਬੀ ਕੱਢ ਦਿਓ, ਕੱਲੀ ਅੰਗਰੇਜ਼ੀ ਰੱਖ ਦਿਓ, ਫਿਰ ਮੈਨੂੰ ਇਤਰਾਜ਼ ਹੈ। ਮੈਨੂੰ ਹਿੰਦੀ ਨਾਲ ਵਿਰੋਧ ਥੋੜੀ ਹੈ ਕੋਈ, ਮੈਨੂੰ ਹਿੰਦੀ ਧੱਕੇ ਨਾਲ ਠੋਸੇ ਜਾਣ ਤੇ ਵਿਰੋਧ ਹੈ। ਕੋਈ ਗੁਰਦਾਸ ਮਾਨ ਦੇ ਖਿਲਾਫ ਨਹੀਂ ਹੈ। ਗੁਰਦਾਸ ਮਾਨ ਦਾ ਜਿਹੜਾ ਐਟੀਟਿਊਡ ਸੀ ਵੀ ਗਾਲ ਕੱਢ ਕੇ ਮਾਫੀ ਨਹੀਂ ਮੰਗਣਾ, ਉਹਨੂੰ ਜਸਟੀਫਾਈ ਕਰਾਰ ਕਰਨਾ, ਇਸ ਗੀਤ ਦੇ ਵੀ ਮੈਂ ਖਿਲਾਫ ਇਸੇ ਕਰਕੇ ਆ ਕਿ ਚਲੋ ਮਾਨ ਸਾਹਿਬ ਤੁਸੀਂ ਬਹੁਤ ਵੱਡੀ ਸ਼ਖਸੀਅਤ ਹੋ, ਜੇ ਕੁਝ ਇਹੋ ਜਿਹਾ ਹੋ ਗਿਆ ਸੀ ਚੁੱਪ ਕਰ ਜਾਂਦੇ, ਜਾਣ ਦਿੰਦੇ। ਨਵੇਂ ਲੋਕ ਅੱਗੇ ਆਉਂਦੇ ਨੇ, ਪੁਰਾਣੇ ਲੋਕ ਪਿੱਛੇ ਹੋ ਜਾਂਦੇ ਨੇ। ਤਾਂ ਗੁਰਦਾਸ ਮਾਨ ਜੀ ਨੇ ਇਸ ਕਰਕੇ ਨਹੀਂ ਉਹ ਪਿੱਛੇ ਹੋਏ ਕਿ ਉਹਨਾਂ ਦੀ ਕਲਾ ਵਿੱਚ ਕੋਈ ਖੋਟ ਸੀ, ਨਹੀਂ, ਉਹ ਇੱਕ ਸਮੇਂ ਦੇ ਨਾਲ ਨਾਲ ਨਵੀਂ ਜਨਰੇਸ਼ਨ ਆ ਜਾਂਦੀ ਹੈ, ਨਵੀਂ ਜਨਰੇਸ਼ਨ ਦਾ ਨਵਾਂ ਸੰਗੀਤ ਹੁੰਦਾ, ਨਵੀਂ ਉਹਨਾਂ ਦੀ ਭਾਸ਼ਾ ਹੁੰਦੀ ਹੈ, ਨਵੀਂ ਉਹਨਾਂ ਦਾ ਪ੍ਰੈਜੈਂਟੇਸ਼ਨ ਹੁੰਦੀ ਹੈ। ਤਾਂ ਸਾਰਾ ਕੁਝ ਜਦੋਂ ਨਵਾਂ ਆ ਜਾਂਦਾ ਤੇ ਪੁਰਾਣੇ ਲੋਕ ਪਿੱਛੇ ਹੋ ਜਾਂਦੇ ਨੇ। ਤਾਂ ਗੁਰਦਾਸ ਮਾਨ ਜੀ ਨੇ ਆਟੋਮੈਟਿਕਲੀ ਪਿੱਛੇ ਹੋ ਜਾਣਾ ਸੀ। ਇਹ ਠੀਕ ਹੈ ਕਿ ਉਹਨਾਂ ਨੂੰ ਕੋਈ ਕੰਪਲੈਕਸ ਆ ਗਿਆ, ਉਹਨਾਂ ਨੂੰ ਮਿਸਗਾਈਡ ਕਰਤਾ, ਜਾਂ ਉਹਨਾਂ ਨੂੰ ਲੱਗਿਆ ਯਾਰ ਇਹ ਕੰਟਰੋਵਰਸੀ ਦੇ ਵਿੱਚੋਂ ਇੱਕ ਵਧੀਆ ਗੀਤ ਹਿੱਟ ਕੱਢ ਸਕਦੇ ਆ, ਤੇ ਉਹ ਮੌਕਾ ਬਣਾ ਗਏ ਔਰ ਗੀਤ ਟ੍ਰੈਂਡ ਹੋ ਵੀ ਰਿਹਾ। ਪਰ ਮੈਨੂੰ ਨਹੀਂ ਲੱਗਦਾ ਕਿ ਇਹ ਗੀਤ ਜਲਦੀ ਭੁੱਲ ਜੂਗਾ ਲੋਕਾਂ ਨੂੰ। ਇਹ ਜੋ ਪੋਸਟ ਪਾਈ ਇੱਕ ਤੁਹਾਡੀ ਨਸੀਹਤ ਸੀ ਕਿ ਗੁਰਦਾਸ ਮਾਨ ਨੂੰ ਗੜੇ ਹੋਏ ਮੁਰਦੇ ਨਹੀਂ ਸੀ ਉਠਾਉਣੇ ਚਾਹੀਦੇ, ਇਹਦੇ ਵਿੱਚ ਕੀ ਕਾਰਨ? ਤਾਂ ਮੈਨੂੰ ਲੱਗਦਾ ਕਿ ਹੁਣ ਸਭ ਕੁਝ ਨਾਰਮਲ ਹੋ ਚੱਲਿਆ ਸੀ, ਲੋਕ ਉਸ ਕੰਟਰੋਵਰਸੀ ਨੂੰ ਭੁੱਲ ਗਏ ਸੀਗੇ, ਸਾਡੇ ਉੱਪਰੋਂ ਸੈਂਟਰ ਦਾ ਪ੍ਰੈਸ਼ਰ ਕਾਫੀ ਹੱਦ ਤੱਕ ਲੈ ਗਿਆ ਸੀ। ਤਾਂ ਗੁਰਦਾਸ ਮਾਨ ਜੀ ਕੋਲੇ ਕੋਈ ਨਵੀਂ ਗੱਲ ਨਹੀਂ ਸੀ ਕਹਿਣ ਨੂੰ, ਉਹਨਾਂ ਨੇ ਪੁਰਾਣੀਆਂ ਗੱਲਾਂ ਰਿਪੀਟ ਕੀਤੀਆਂ, ਇਹਦਾ ਗੀਤ ਹਿੱਟ ਹੋ ਗਿਆ ਕੰਟਰੋਵਰਸੀ ਕਰਕੇ। ਪਰ ਗੁਰਦਾਸ ਮਾਨ ਜੀ ਨੂੰ ਕੋਈ ਜਾਤੀ ਤੌਰ ਤੇ ਇਸ ਗੀਤ ਨਾਲ ਫਾਇਦਾ ਹੋਊਗਾ ਮੈਨੂੰ ਨਹੀਂ ਲੱਗਦਾ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਅਮਿਤ ਕੁਮਾਰ। ਤਾਂ ਕਹਿੰਦੇ ਨੇ ਕਿ ਜਿੰਨੇ ਮੂੰਹ ਓਨੀਆਂ ਗੱਲਾਂ, ਕਿਸੇ ਦਾ ਮੂੰਹ ਨਹੀਂ ਫੜਿਆ ਜਾ ਸਕਦਾ। ਅੱਜ ਕੱਲ੍ਹ ਤਾਂ ਜ਼ਮਾਨਾ ਵੀ ਸੋਸ਼ਲ ਮੀਡੀਆ ਹੈ ਤੇ ਸੋਸ਼ਲ ਮੀਡੀਆ ਤੇ ਤਾਂ ਕਿਸੇ ਨੂੰ ਉਂਝ ਵੀ ਚੁੱਪ ਨਹੀਂ ਕਰਵਾਇਆ ਜਾ ਸਕਦਾ। ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੈ ਜਦੋਂ ਕਈ ਵਾਰ ਵਾਦ ਵਿਵਾਦ ਵੱਧ ਜਾਂਦੇ ਨੇ। ਅਰਸ਼ਦੀਪ ਹੋਰਾਂ ਦੀ ਗੱਲ ਕਰ ਲਈਏ, ਨੌਜਵਾਨ ਕ੍ਰਿਕਟਰ ਹੈ ਤੇ ਸੋਸ਼ਲ ਮੀਡੀਆ ਤੇ ਜੋ ਟ੍ਰੈਂਡ ਉਹਦੇ ਖਿਲਾਫ ਚੱਲਿਆ ਉਸ ਨੇ ਸਾਰਿਆਂ ਨੂੰ ਹਿਲਾ ਕੇ ਵੀ ਰੱਖ ਦਿੱਤਾ ਸੀ। ਕਈ ਮਾਮਲੇ ਚੱਲਦੇ ਨੇ, ਕਈ ਮਾਮਲੇ ਉੱਠਦੇ ਨੇ ਤੇ ਸਮੇਂ ਦੇ ਨਾਲ ਕਈ ਮਾਮਲੇ ਠੰਡੇ ਵੀ ਹੋ ਜਾਂਦੇ ਨੇ, ਜਿਵੇਂ ਕਿ ਗੁਰਦਾਸ ਮਾਨ ਦਾ ਮਾਮਲਾ ਤੇ ਇੱਕ ਵਾਰ ਫਿਰ ਤੋਂ ਭਖਦਾ ਹੋਇਆ ਵੀ ਨਜ਼ਰ ਆ ਰਿਹਾ। ਸਾਡੇ ਨਾਲ ਪਾਲੀ ਭੁਪਿੰਦਰ ਜੀ ਮੌਜੂਦ ਨੇ, ਗੱਲਬਾਤ ਕਰਾਂਗੇ ਪਾਲੀ ਭੁਪਿੰਦਰ ਜੀ ਹੋਰਾਂ ਦੇ ਨਾਲ ਕਿ ਜੋ ਸੋਸ਼ਲ ਮੀਡੀਆ ਦਾ ਜ਼ਮਾਨਾ, ਪਾਲੀ ਜੀ, ਜਿਵੇਂ ਕਿ ਮੈਂ ਗੱਲ ਸ਼ੁਰੂਆਤ ਕੀਤੀ ਕਿ ਜਿੰਨੇ ਮੂੰਹ ਓਨੀਆਂ ਗੱਲਾਂ। ਪਹਿਲਾਂ ਤਾਂ ਟਿੱਪਣੀ ਮੈਂ ਤੁਹਾਡੀ ਸੋਸ਼ਲ ਮੀਡੀਆ ਤੇ ਚਾਹੂੰਗਾ ਕਿ ਲੋਕ ਜਿਵੇਂ ਸੋਚਦੇ ਨੇ ਕਿ ਯਾਰ ਮੈਂ ਜਿਹੜੀ ਗੱਲ ਕਹਿਤੀ ਉਹ ਠੀਕ ਹੈ, ਇੱਕ ਮੋਹਰ ਲਾ ਦਿੰਦੇ ਨੇ, ਕਿਵੇਂ ਦੇਖਦੇ ਹੋ ਇਸ ਨੂੰ? ਬੇਸਿਕਲੀ ਸੋਸ਼ਲ ਮੀਡੀਆ ਦਾ ਉਭਾਰ ਜਿਹੜਾ ਸੀ ਉਹ ਮੀਡੀਆ ਤੋਂ ਬਾਅਦ ਹੋ ਗਿਆ, ਕਿਉਂਕਿ ਅਸੀਂ ਜਾਣਦੇ ਹਾਂ ਕਿ 84 ਦੇ ਵਿੱਚ ਜਿਹੜਾ ਮੀਡੀਆ ਬਹੁਤ ਪਾਵਰਫੁਲ ਹੋਇਆ ਇੱਕ ਵਾਰੀ। ਇਵਨ ਜਿਹੜਾ ਪਹਿਲਾਂ ਨੈਸ਼ਨਲ ਚੈਨਲ ਸੀ ਸਿਰਫ, ਜਿਨ੍ਹਾਂ ਉੱਪਰ ਬਹੁਤ ਸਖਤੀ ਸੀ, ਫਿਰ ਥੋੜੀ ਜਿਹੀ ਲਿਬਰਟੀ ਮਿਲਦੀ ਹੈ। 84 ਦੇ ਵਿੱਚ GTV ਆ ਜਾਂਦਾ, ਫਿਰ ਹੋਰ ਚੈਨਲ ਆਉਂਦੇ ਨੇ, ਔਰ ਫਿਰ ਉਹਦੇ ਨਾਲ ਕੀ ਹੈਗਾ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਪੈਸਾ ਇਨਵੋਲਵ ਹੋ ਜਾਂਦਾ ਇਸ ਗੇਮ ਦੇ ਵਿੱਚ, ਔਰ ਚੈਨਲ ਜਿਹੜੇ ਨੇ ਆਪਣੀ ਡਿਊਟੀ ਨਿਭਾਉਣਾ ਬੰਦ ਕਰ ਦਿੰਦੇ ਨੇ, ਅਖਬਾਰ ਵੀ ਆਪਣੀ ਡਿਊਟੀ ਨਿਭਾਉਣਾ ਬੰਦ ਕਰ ਦਿੰਦੇ ਨੇ। ਤਾਂ ਲੋਕਾਂ ਅੰਦਰ ਇੱਕ ਗੁੱਬ-ਗਲਾਟ ਇਕੱਠਾ ਹੋ ਗਿਆ ਸੀਗਾ, ਉਹ ਨਿਕਲ ਨਹੀਂ ਸੀ ਰਿਹਾ। ਤਾਂ ਲੋਕਾਂ ਨੂੰ ਆਪਣੀ ਗੱਲ ਕਹਿਣ ਦੇ ਲਈ ਕੋਈ ਹਮੇਸ਼ਾ ਹੀ ਮਾਧਿਅਮ ਚਾਹੀਦੇ ਹੁੰਦੇ ਨੇ। ਅਖਬਾਰਾਂ ਦੇ ਵਿੱਚ ਪਹਿਲਾਂ ਚਿੱਠੀਆਂ ਲਿਖੀਆਂ ਜਾਂਦੀਆਂ ਸੀ, ਜਿਹਨੂੰ ਐਡੀਟੋਰੀਅਲਸ ਡੈਸਕ ਕਹਿ ਦਿੰਦੇ ਸੀ ਆਪਾਂ, ਸੰਪਾਦਕ ਦੇ ਨਾਮ ਤੇ ਚਿੱਠੀ। ਅਸੀਂ ਈਵਨ ਸਿਲੇਬਸ ਵਿੱਚ ਬਕਾਇਦਾ ਜਵਾਕਾਂ ਨੂੰ ਲਿਖਾਣੀ ਸਿਖਾਉਂਦੇ ਸੀਗੇ। ਫਿਰ ਬਾਅਦ ਦੇ ਵਿੱਚ ਉਹ ਵੀ ਬੰਦ ਹੋ ਗਈਆਂ, ਅਖਬਾਰ ਵੀ ਇੰਨੇ ਉਹ ਆਪਣੀ ਕ੍ਰੈਡੀਬਿਲਿਟੀ ਖੋ ਬੈਠੇ। ਤਾਂ ਫਿਰ ਅਚਾਨਕ ਜਿਹੜਾ ਹੈ ਔਰਕੁੱਟ ਤੇ ਫਿਰ ਬਾਅਦ ਦੇ ਵਿੱਚ ਫੇਸਬੁੱਕ ਆਉਂਦੀ ਹੈ ਸਾਹਮਣੇ, ਔਰ ਤੁਸੀਂ ਮੰਨ ਕੇ ਚੱਲੋ ਕਿ ਇਹ ਲੋਕਾਂ ਦੇ ਅੰਦਰ ਦਬੀਆਂ ਹੋਈਆਂ ਭਾਵਨਾਵਾਂ ਦੀ ਤਰਜਮਾਨੀ ਹੈ। ਆਮ ਬੰਦਾ ਵੀ ਆਪਣੀ ਗੱਲ ਕਹਿਣੀ ਚਾਹੁੰਦਾ, ਹਰ ਇੱਕ ਬੰਦੇ ਦੀ ਮੀਡੀਆ ਤੱਕ, ਅਖਬਾਰ ਤੱਕ ਪਹੁੰਚ ਨਹੀਂ ਹੁੰਦੀ, ਹਰ ਇੱਕ ਬੰਦੇ ਦੀ TV ਤੱਕ ਪਹੁੰਚ ਨਹੀਂ ਹੁੰਦੀ। ਤਾਂ ਫਿਰ ਆਮ ਬੰਦੇ ਨੇ ਆਪਣੀ ਗੱਲ ਕਹਿਣੀ ਹੁੰਦੀ ਆ, ਉਹ ਕਿੱਥੇ ਜਾਵੇ? ਅਚਾਨਕ ਉਹਨਾਂ ਨੂੰ ਮਾਰਕ ਜ਼ਕਰਬਰਗ ਨੇ ਇਹ ਪਲੇਟਫਾਰਮ ਦੇ ਦਿੱਤਾ, ਔਰ ਇੱਥੋਂ ਲੋਕ ਆਪਣੀ ਗੁੱਬ-ਗਲਾਟ ਕੱਢ ਰਹੇ ਆ। ਹਰ ਬੰਦੇ ਲੋਕ ਇਹਦੇ ਨਾਲ ਮਾਨਸਿਕ ਪੀੜਾ ਵੀ ਇੱਕ ਦੂਸਰੇ ਨੂੰ ਪਹੁੰਚਾ ਰਹੇ। ਫਿਰ ਜਿਹੜਾ ਹੁਣ ਉਹਨਾਂ ਦੇ ਅੰਦਰ ਭਰਿਆ ਸੀ ਉਹਨਾਂ ਨੇ ਕੱਢਣਾ ਹੈ। ਹੁਣ ਜੇ ਕਿਸੇ ਅੰਦਰ ਗਾਲ ਭਰੀ ਹੋਈ ਹੈ ਉਸਨੇ ਗਾਲ ਕੱਢਣੀ ਹੈ, ਕਿਸੇ ਅੰਦਰ ਪਿਆਰ ਭਰਿਆ ਹੋਇਆ ਪਿਆਰ ਕੱਢਣਾ ਤਾਂ ਹਰ ਇੱਕ ਨੇ ਹੈ। ਉਹਨਾਂ ਨੂੰ ਇਹ ਇੱਕ ਡਸਟਬਿਨ ਮਿਲ ਗਿਆ ਜਿੱਥੇ ਸਭ ਕੁਝ ਸੁੱਟੀ ਤੁਰੀ ਚੱਲੋ। ਜੇ ਕਿਸੇ ਦੇ ਕੰਮ ਦਾ ਹੈ ਲੈ ਲਓ, ਨਹੀਂ ਤਾਂ ਇਹ ਇੱਕ ਬਹੁਤ ਵੱਡਾ ਡਸਟਬਿਨ ਹੈ, ਔਰ ਜਿਹਦੇ ਵਿੱਚ ਲੋਕਾਂ ਨੇ ਹੁਣ ਆਪਣੇ ਅੰਦਰ ਦਾ ਸਭ ਕੁਝ ਕੱਢ ਕੇ ਬਾਹਰ ਸੁੱਟਣਾ। ਔਰ ਮੈਨੂੰ ਲੱਗਦਾ ਕਿ ਹਜੇ ਥੋੜ੍ਹੀ ਦੇਰ ਇਹ ਟ੍ਰੈਂਡ ਹੋਰ ਚੱਲੂਗਾ। ਅੱਛਾ, ਅਰਸ਼ਦੀਪ ਦੇ ਮਾਮਲੇ ਤੇ ਆਪਾਂ ਜੇਕਰ ਗੱਲ ਕਰੀਏ, ਨੌਜਵਾਨ ਖਿਡਾਰੀ ਹੈ ਜੀ,
ਹੋ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਹੈਗੀਆਂ। ਚਲੋ ਗੁੱਸਾ ਐਜ਼ ਏ ਫੈਨ ਕ੍ਰਿਕਟਰ ਸਾਨੂੰ ਵੀ ਆਉਂਦਾ ਕਿ ਯਾਰ ਕੈਚ ਛੱਡਤਾ ਸਿੰਪਲ ਜਿਹਾ। ਉਸ ਤੋਂ ਬਾਅਦ ਜੋ ਟ੍ਰੈਂਡ ਚੱਲਿਆ ਖਾਲਿਸਤਾਨ ਦਾ ਇੱਕ ਨਾਂ ਵੀ ਉਹਨੂੰ ਦਿੱਤਾ ਗਿਆ, ਇਸ ਤਰ੍ਹਾਂ ਉਸ 'ਤੇ ਪ੍ਰੈਸ਼ਰ ਬਣਾਇਆ ਗਿਆ, ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਡਸਟਬਿਨ ਭਾਰੀ ਨਹੀਂ ਹੋ ਰਿਹਾ ਗਾ ਆਪਣੇ? ਮੈਂ ਤੁਹਾਨੂੰ ਯਾਦ ਦਵਾਵਾਂ, ਇਹ ਪਹਿਲੀ ਅੱਜ ਡਸਟਬਿਨ ਹੈ ਫੇਸਬੁੱਕ ਨਾਮ ਦਾ, ਲੇਕਿਨ ਇਹ 1981-82 ਦੇ ਵਿੱਚ ਇਹੋ ਜਿਹੀ ਘਟਨਾ ਪਹਿਲਾਂ ਵੀ ਵਾਪਰੀ ਸੀ। ਬਹੁਤ ਲੋਕਾਂ ਨੂੰ ਉਹ ਭੁੱਲ ਗਈ ਹੋਏਗੀ। ਬਿਸ਼ਨ ਸਿੰਘ ਬੇਦੀ ਪਾਕਿਸਤਾਨ ਦੇ ਖਿਲਾਫ ਲਾਹੌਰ ਦੇ ਵਿੱਚ ਜਾਂ ਇਸਲਾਮਾਬਾਦ ਦੇ ਵਿੱਚ ਆਖਰੀ ਓਵਰ ਸੁੱਟ ਰਹੇ ਸੀ। ਉਹ ਕੈਪਟਨ ਸੀ, ਉਹਨਾਂ ਨੇ ਡਿਸਾਈਡ ਕੀਤਾ ਕਿ ਆਖਰੀ ਓਵਰ ਮੈਂ ਸਿੱਟੂੰਗਾ ਤੇ ਉਹਨਾਂ ਦੀ ਇੱਕ ਬਾਲ ਦੇ ਉੱਪਰ ਛੱਕਾ ਲੱਗ ਗਿਆ ਸੀ, ਉਹ ਮੈਚ ਹਾਰ ਗਏ। ਉਸ ਵੇਲੇ ਦੇਸ਼ ਵਿੱਚ ਸਿੱਖਾਂ ਨੂੰ ਉਦੋਂ ਵੀ ਟਾਰਗੇਟ ਕੀਤਾ ਗਿਆ ਸੀ। ਉਸ ਵੇਲੇ ਵੀ ਸਿੱਖ ਹਿੰਦੂ ਦਾ ਮਸਲਾ ਬਣਾਇਆ ਗਿਆ, ਸਾਰੇ ਦੇਸ਼ ਨੇ ਸਿੱਖਾਂ ਤੇ ਮਜ਼ਾਕ, ਔਰ ਬਿਸ਼ਨ ਸਿੰਘ ਬੇਦੀ ਦਾ ਕੈਰੀਅਰ ਖਤਮ ਹੋ ਗਿਆ ਉਸ ਤੋਂ ਬਾਅਦ। ਜਦੋਂ ਕਿ ਬੀਇੰਗ ਕੈਪਟਨ ਉਸਨੇ ਕੋਈ ਗਲਤ ਫੈਸਲਾ ਨਹੀਂ ਸੀ ਕੀਤਾ, ਉਸ ਨੂੰ ਸਭ ਤੋਂ ਜ਼ਿਆਦਾ ਕੌਨਫੀਡੈਂਸ ਆਪਣੇ ਉੱਪਰ ਸੀ ਐਂਡ ਹੀ ਵਾਸ ਵਨ ਆਫ ਦੀ ਫਾਈਨੈਸਟ ਪਲੇਅਰਸ। ਲੇਕਿਨ ਉਸ ਵੇਲੇ ਵੀ ਮੁੱਦਾ ਬਣਿਆ। ਪ੍ਰੋਬਲਮ ਇਹ ਹੈ ਕਿ ਸਾਡਾ ਦੇਸ਼ ਹਮੇਸ਼ਾ ਰਾਜਨੀਤੀ ਦੀ ਵਰਜ ਉੱਪਰ ਬੈਠਦਾ ਹੈ। ਰਾਜਨੀਤੀ ਕੀ ਕਰਦੀ ਹੈ? ਰਾਜਨੀਤੀ ਲੋਕਾਂ ਦੇ ਕੋਲੋਂ ਵੋਟਾਂ ਲੈਂਦੀ ਹੈ ਧਰਮ ਦੇ ਬੇਸ ਤੇ, ਜਾਤਾਂ ਦੇ ਬੇਸ ਦੇ ਉੱਪਰ, ਤਾਂ ਉਹ ਇੱਕ ਤਰੀਕੇ ਨਾਲ ਪੱਕਾ ਕਰ ਦਿੰਦੀ ਹੈ। ਕਸੂਰਵਾਰ ਆਮ ਲੋਕ ਨਹੀਂ ਹੈ, ਸਾਡੀ ਰਾਜਨੀਤੀ ਹੈ ਜਿਹੜੀ ਕਿ ਹਮੇਸ਼ਾ ਲੋਕਾਂ ਨੂੰ ਧਰਮਾਂ ਵਿੱਚ, ਜਾਤਾਂ ਵਿੱਚ ਵੰਡ ਕੇ ਰੱਖਦੀ ਹੈ, ਇਸੇ ਨਾਮ ਤੇ ਉਹਨਾਂ ਕੋਲੋਂ ਵੋਟਾਂ ਮੰਗਦੀ ਹੈ। ਤੇ ਉਹ ਚੀਜ਼ਾਂ ਸਾਡੇ ਮਨਾਂ ਅੰਦਰ ਦੱਬੀਆਂ ਪਈਆਂ ਨੇ, ਤੇ ਜਦੋਂ ਵੀ ਮੌਕਾ ਮਿਲਦਾ ਉਹ ਬਾਹਰ ਨਿਕਲਦੀਆਂ ਨੇ। ਹੁਣ ਅਰਸ਼ਦੀਪ ਦੇ ਵੇਲੇ ਕੀ ਗੱਲ ਸੀ? ਇੱਕ ਖੇਡ ਦਾ ਤਾਂ ਕੋਈ ਤਾਲੁਕ ਹੀ ਨਹੀਂ ਨਾ ਧਰਮ ਦੇ ਨਾਲ। ਖੇਡ ਦਾ ਤਾਂ ਪਹਿਲੀ ਗੱਲ ਤਾਂ ਦੇਸ਼ ਦੀ ਟੀਮ ਹੀ ਨਹੀਂ ਹੈ। ਜਿਹੜੀ BCCI ਆ, ਅਸੀਂ ਜਾਣਦੇ ਹਾਂ, ਉਹ ਕਲੱਬ ਹੈ ਨਾ, ਉਹ ਕਲੱਬ ਹੈ। ਉਹਨੂੰ ਧੱਕੇ ਨਾਲ ਦੇਸ਼ ਦੀ ਟੀਮ ਬਣਾ ਕੇ ਲੈ ਜਾਂਦੇ ਆ, ਫਿਰ ਉਹਦੇ ਉੱਪਰ ਸੈਂਟੀਮੈਂਟ ਦੇਸ਼ ਦੇ ਨਾਲ ਜੋੜ ਦਿੱਤੇ ਜਾਂਦੇ ਨੇ। ਫਿਰ ਪਾਕਿਸਤਾਨ ਨਾਲ ਮੈਚ ਇਦਾਂ ਖੇਡਿਆ ਜਾਂਦਾ। ਆ ਵੀ ਤਾਂ ਇੰਡੀਆ ਦਾ ਆਉਂਦਾ ਨਾ ਹੁਣ। ਇਹ ਤਾਂ ਦੇਖੋ, ਜੇ ਇੰਟਰਨੈਸ਼ਨਲ ਪੱਧਰ ਤੇ ਜਾ ਕੇ ਰਿਪਰੈਜ਼ੈਂਟ ਤਾਂ ਇੰਡੀਆ ਨੂੰ ਕਰ ਰਿਹਾ, ਭਾਵੇਂ ਉਹ ਕਲੱਬ ਪ੍ਰਾਈਵੇਟ ਹੋਵੇ। ਇਹੀ ਸਭ ਤੋਂ ਵੱਡੀ ਸਾਜ਼ਿਸ਼ ਹੈ ਕਿ ਤੁਸੀਂ ਧੱਕੇ ਨਾਲ ਇੱਕ ਕਲੱਬ ਦੀ ਟੀਮ ਨੂੰ ਪਹਿਲਾਂ ਇੰਡੀਆ ਦੀ ਟੀਮ ਬਣਾਉਂਦੇ ਹੋ, ਸੈਂਟੀਮੈਂਟਸ ਉਹਦੇ ਨਾਲ ਜੋੜਦੇ ਹੋ, ਫਿਰ ਵੱਡਾ ਬਿਜ਼ਨਸ ਕਰਦੇ ਹੋ, ਬਿਜ਼ਨਸ ਦੇ ਪੈਸੇ ਆਪਣੀ ਜੇਬ 'ਚ ਪਾ ਲੈਂਦੇ ਹੋ ਤੇ ਮੁੜ ਕੇ ਲੋਕਾਂ ਨੂੰ ਲੜਨ ਲਈ ਛੱਡ ਦਿੰਦੇ ਹੋ। ਹੁਣ ਇੱਕ ਖੇਡ ਹੈ, ਖੇਡ ਦੇ ਵਿੱਚ ਜਿੱਤ ਹਾਰ ਲੱਗੀ ਰਹਿੰਦੀ ਹੈ, ਕਦੇ ਕਿਸੇ ਕੋਲੋਂ ਗਲਤੀ ਹੋ ਸਕਦੀ ਹੈ। ਕਈ ਇਤਿਹਾਸ ਦੇ ਵਿੱਚ ਲੋਕਾਂ ਨੇ ਆਪਣੇ ਹੀ, ਜਿਹਨੂੰ ਕਹਿੰਦੇ ਸੈਲਫ ਗੋਲ ਕਹਿ ਦਿੰਦੇ ਨੇ, ਆਪਣੀ ਪੋਸਟ ਵਿੱਚ ਗੋਲ ਠੋਕ ਬੈਠਦੇ ਨੇ ਗਲਤੀ ਨਾਲ। ਪ੍ਰੈਸ਼ਰ ਦੇ ਵਿੱਚ, ਪ੍ਰੈਸ਼ਰ 'ਚ ਬਹੁਤ ਕੁਝ ਹੁੰਦਾ ਹੈ। ਇਸ ਚੀਜ਼ ਨੂੰ ਧਰਮ ਨਾਲ ਜੋੜ ਦੇਣਾ, ਅਰਸ਼ਦੀਪ ਨੂੰ ਟਾਰਗੇਟ ਕਰਨਾ, ਇਹ ਸਭ ਤੋਂ ਘਟੀਆ ਗੱਲ ਸੀ। ਔਰ ਇਹ ਅਸੀਂ ਜਾਣਦੇ ਹਾਂ ਸ਼ਰਾਰਤ ਵੀ ਹੋਈ, ਕਹਿੰਦੇ ਨੇ ਪਾਕਿਸਤਾਨ ਤੋਂ ਟ੍ਰੈਂਡ ਚੱਲਿਆ, ਬਾਅਦ ਦੇ ਵਿੱਚ ਸਾਡੇ ਲੋਕਾਂ ਨੇ ਭੂਮਿਕਾ ਅਦਾ ਕੀਤੀ, ਫਿਰ ਇਸ ਨੂੰ ਭੁਨਾਉਣ ਵਾਸਤੇ ਰਾਜਨੀਤਿਕ ਪਾਰਟੀਆਂ ਆ ਗਈਆਂ, ਔਰ ਫਿਰ ਇਹ ਇਸ਼ੂ ਐਡਾ ਵੱਡਾ ਬਣ ਗਿਆ। ਇਹਨੂੰ ਇਕੱਲੇ ਸੋਸ਼ਲ ਮੀਡੀਆ ਨੂੰ ਦੋਸ਼ ਨਾ ਦਈਏ, ਗੰਦ ਤਾਂ ਸਾਡੇ ਅੰਦਰ ਹੈ ਨਾ। ਉਹ ਡਸਟਬਿਨ ਸਾਹਮਣੇ ਪਿਆ, ਤੁਸੀਂ ਡਸਟਬਿਨ ਨੂੰ ਦੋਸ਼ ਨਹੀਂ ਦੇ ਸਕਦੇ ਕਿ ਡਸਟਬਿਨ ਪਾਰਕ 'ਚ ਕੀ ਕਰ ਰਿਹਾ। ਮੈਂ ਕਹਿੰਦਾ ਡਸਟਬਿਨ ਹੈ, ਇਟ ਮੀਨਸ ਸਾਡੀ ਸੁਸਾਇਟੀ ਵਿੱਚ ਕਿਤੇ ਗੰਦ ਵੀ ਹੈ। ਲੋਕ ਪਾਲੀ ਜੀ, ਤੁਸੀਂ ਬਥੇਰੇ ਲੋਕਾਂ ਨੂੰ ਮਿਲਦੇ ਹੋਵੋਗੇ, ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਹੋਵੋਗੇ, ਮਾਨਸਿਕਤਾ ਸਮਝਣ ਦੀ ਵੀ ਕੋਸ਼ਿਸ਼ ਕਰਦੇ ਹੋਵੋਗੇ ਕਿ ਯਾਰ ਲੋਕਾਂ ਦੀ ਮੈਂਟੈਲਿਟੀ ਕਿਵੇਂ ਹੈ। ਆਪਣੇ ਵਰਗਾ ਕੋਈ ਆਮ ਬੰਦਾ ਗਾਲ ਨਹੀਂ ਕੱਢਦਾ ਫੇਸਬੁੱਕ ਤੇ, ਪਤਾ ਹੁੰਦਾ ਯਾਰ ਕਿ ਸਾਡਾ ਪਰਿਵਾਰ ਵੀ ਹੈ, ਸਾਡਾ ਟੱਬਰ ਵੀ ਹੈਗਾ, ਸਾਡੇ ਰਿਸ਼ਤੇਦਾਰ ਵੀ ਹੈਗਾ। ਜੇ ਉਹ ਪੜ੍ਹਨਗੇ ਯਾਰ ਕਿ ਇਹਦੀ ਇਹ ਸ਼ਬਦਾਵਲੀ ਹੈ ਤਾਂ ਕੀ ਬੀਤਦੀ ਹੈ। ਲੋਕਾਂ ਦੀ ਮਾਨਸਿਕਤਾ ਤੁਸੀਂ ਸਮਝੇ ਹੋ। ਸੋਸ਼ਲ ਮੀਡੀਆ ਤੁਸੀਂ ਵੀ ਪੋਸਟਾਂ ਪਾਉਂਦੇ ਹੋ, ਤੁਹਾਨੂੰ ਵੀ ਤਰ੍ਹਾਂ ਦੀ ਟਿੱਪਣੀਆਂ ਆਉਂਦੀਆਂ ਹੋਣਗੀਆਂ। ਬਿਲਕੁਲ, ਲੋਕ ਗਾਲ ਵੀ ਕੱਢਦੇ ਨੇ, ਔਰ ਬਹੁਤੇ ਸਾਰੇ ਫੇਕ ਪ੍ਰੋਫਾਈਲ ਹੁੰਦੇ ਨੇ, ਬਹੁਤੇ ਲੌਕਡ ਪ੍ਰੋਫਾਈਲ ਹੁੰਦੇ ਨੇ, ਸਮਝ ਲਓ ਬਹੁਤੇ ਫੇਕ ਪ੍ਰੋਫਾਈਲ ਹੁੰਦੇ ਨੇ, ਔਰ ਉਹ IT ਸੈੱਲ ਹੁੰਦੇ ਨੇ ਵੱਖ-ਵੱਖ ਪਾਰਟੀਆਂ ਦੇ ਔਰ ਵੱਖ-ਵੱਖ ਜਥੇਬੰਦੀਆਂ ਦੇ, ਜਿਨ੍ਹਾਂ ਦਾ ਮਕਸਦ ਹੁੰਦਾ ਕਿ ਜੇ ਇਹ ਬੰਦਾ ਸਾਡੇ ਹੱਕ 'ਚ ਨਹੀਂ ਬੋਲਦਾ, ਅਸੀਂ ਇਸ ਨੂੰ ਦਬਾ ਕੇ ਰੱਖਣਾ। ਉਹ ਕੋਈ ਵੀ ਪੋਸਟ ਪਾਵੇ, ਉੱਥੇ ਆ ਕੇ ਉਹਦੀਆਂ ਪੁਰਾਣੀਆਂ ਪੋਸਟਾਂ ਸ਼ੇਅਰ ਕਰਨ ਲੱਗ ਪੈਂਦੇ ਨੇ। ਤਾਂ ਇਹ ਇੱਕ IT ਸੈੱਲਾਂ ਦੀ ਬਹੁਤ ਵੱਡੀ ਗੇਮ ਚੱਲਦੀ ਪਈ ਹੈਗੀ ਸੋਸ਼ਲ ਮੀਡੀਆ ਨੂੰ ਕੈਪਚਰ ਕਰਨ ਦੇ ਲਈ। ਇਹ ਸਭ ਕੁਝ ਵਾਪਰਦਾ, ਲੇਕਿਨ ਕਈ ਵਾਰੀ ਕੀ ਹੁੰਦਾ ਕਿ ਬੰਦੇ ਫਸ ਜਾਂਦੇ ਨੇ। ਜਿਵੇਂ ਇੱਕ ਨੌਜਵਾਨ ਮੁੰਡਾ ਸੀਗਾ, ਉਹ ਮੇਰੇ ਨਾਲ ਹਰ ਗੱਲ ਤੇ ਆ ਕੇ ਬਹਿਸਿਆ ਕਰੇ ਤੇ ਗਾਲਾਂ ਹੀ ਕੱਢਿਆ ਕਰੇ, ਠੀਕ ਆ। ਉਹ ਹਾਲਾਂਕਿ ਮੈਨੂੰ ਐਂ ਲੱਗਿਆ ਕਿ ਉਹ ਬੰਦਾ, ਜਿਹੜਾ ਬੰਦਾ ਸਵਾਲ ਚੱਕਦਾ ਸੀ ਉਹ ਬੜੇ ਜ਼ਹੀਨ ਚੱਕਦਾ ਸੀ, ਲੇਕਿਨ ਉਹਦੀ ਭਾਸ਼ਾ ਬਹੁਤ ਮਾੜੀ ਸੀ। ਪਹਿਲਾਂ ਤਾਂ ਮੇਰਾ ਤਾਂ ਇਹ ਸਟਾਈਲ ਇਹ ਹੈ ਕਿ ਚੱਕ ਕੇ ਬਲੌਕ ਕਰਕੇ ਪਰੇ ਮਾਰੋ, ਗੱਲ ਖਤਮ। ਲੇਕਿਨ ਪਤਾ ਨਹੀਂ ਕਿਉਂ ਮੈਂ ਉਹਦੀ ਪ੍ਰੋਫਾਈਲ ਨੂੰ ਕਲਿੱਕ ਕਰ ਬੈਠਾ ਤੇ ਉੱਥੇ ਉਹਦੀ 2 ਧੀਆਂ ਦੇ ਨਾਲ ਉਹਦੀ ਫੋਟੋ ਲੱਗੀ ਹੋਈ ਹੈ। ਮੈਂ ਉਹਨੂੰ ਇੱਕ ਮੈਸੇਜ ਭੇਜਿਆ, ਮੈਂ ਕਿਹਾ ਗੱਲ ਸੁਣ, ਜਦੋਂ ਗਾਲ ਕੱਢਣੀ ਆ ਨਾ ਤਾਂ ਘੱਟੋ ਘੱਟ ਆਪਣੀਆਂ 2 ਧੀਆਂ ਦੀ ਫੋਟੋ ਤਾਂ ਲਾ ਦੇ ਪ੍ਰੋਫਾਈਲ ਤੋਂ। ਉਹਨੂੰ ਮੁੰਡੇ ਨੂੰ ਗੱਲ ਸਮਝ ਆ ਗਈ। ਯਕੀਨ ਮੰਨੋ, ਉਸਨੇ ਉਦੋਂ ਬਾਅਦ ਉਹ ਮੇਰੇ ਨਾਲ ਜੁੜਿਆ ਹੋਇਆ ਅੱਜ ਵੀ ਹੈ, ਕਦੇ ਉਸਨੇ ਬਦਤਮੀਜ਼ੀ ਨਹੀਂ ਕੀਤੀ। ਉਹਦੀ ਪ੍ਰੋਫਾਈਲ ਉਹਨੂੰ ਸਮਝ ਆ ਗਿਆ ਮੇਰੇ ਲਈ ਇੰਪੋਰਟੈਂਟ ਕੀ ਹੈ। ਜੇ ਉਹਦੇ ਲਈ ਉਹਦੀਆਂ ਧੀਆਂ ਇੰਪੋਰਟੈਂਟ ਹੈ ਤਾਂ ਠੀਕ ਹੈ, ਮੈਂ ਇਹੋ ਜਿਹੀ ਫੇਸਬੁੱਕ ਨਹੀਂ ਸਿਰਜ ਸਕਦਾ ਜਿਹੜੀ ਫੇਸਬੁੱਕ ਉੱਪਰ ਮੈਂ ਗਾਲ ਕੱਢਣੀ ਹੈ। ਉਹਨੂੰ ਗੱਲ ਸਮਝ ਆ ਗਈ, ਮੇਰੇ ਨਾਲ ਹੁਣ ਵੀ ਬਹਿਸਦਾ, ਲੇਕਿਨ ਉਹ ਕਦੇ ਬਦਤਮੀਜ਼ੀ ਨਹੀਂ ਕਰਦਾ। ਸਾਨੂੰ ਇਹ ਸੋਚਣਾ ਪਊਗਾ ਕਿ ਸਾਡੇ ਕੋਲੇ ਇੱਕ ਲੋਕਾਂ ਦਾ ਹਥਿਆਰ ਹੈ, ਸੋਸ਼ਲ ਮੀਡੀਆ ਲੋਕਾਂ ਦਾ ਹਥਿਆਰ ਹੈ। ਇੱਥੇ ਕੋਈ ਵੀ ਆਪਣੀ ਗੱਲ ਕਹਿ ਸਕਦਾ, ਕਿਸੇ ਨੂੰ ਦੁੱਖ ਹੈ ਸ਼ੇਅਰ ਕਰ ਸਕਦਾ। ਤੇ ਜੇ ਕਿਤੇ ਇਹ ਬਹੁਤ ਗੰਦਲਾ ਹੋ ਗਿਆ, ਇਹ ਗੜਬੜ ਹੋ ਗਈ, ਇਹ ਖਰਾਬ ਹੋ ਗਿਆ, ਸਰਕਾਰਾਂ ਨੇ ਇਹਦੇ ਉੱਪਰ ਸੈਂਸਰਸ਼ਿਪ ਲਾਤੀ, ਨੁਕਸਾਨ ਸਾਡਾ ਹੀ ਹੈ। ਤਾਂ ਮੈਨੂੰ ਲੱਗਦਾ ਆਮ ਲੋਕਾਂ ਨੂੰ ਇਸ ਨੂੰ ਬੜਾ ਸੰਭਲ ਕੇ ਵਰਤਣਾ ਚਾਹੀਦਾ, ਔਰ ਘੱਟੋ ਘੱਟ ਬਦਤਮੀਜ਼ੀ ਨਹੀਂ ਕਰਨੀ ਚਾਹੀਦੀ। ਤੁਸੀਂ ਕਿਹਾ ਕਿ ਜੇਕਰ ਲੋਕਾਂ ਦੇ ਪੱਖ ਦੀ ਗੱਲ ਕਰੋਗੇ ਤਾਂ ਲੋਕ ਤੁਹਾਨੂੰ ਵਾਹ-ਵਾਹੀ ਵੀ ਦੇਣਗੇ। ਗੁਰਦਾਸ ਮਾਨ ਦਾ ਜ਼ਿਕਰ ਕਰ ਲੈਂਦੇ ਆ। ਗੁਰਦਾਸ ਮਾਨ ਨੇ ਜੋ ਪਹਿਲਾਂ ਗੱਲ ਕਹੀ ਸੀਗੀ ਕਿ ਯਾਰ ਇੱਕ ਮਿਊਚੁਅਲ ਭਾਸ਼ਾ ਹੋਣੀ ਚਾਹੀਦੀ ਹੈਗੀ ਆ,
ਉਸ ਪਹਿਲਾਂ ਮੈਂ ਚਾਹੂੰਗਾ ਕਿ ਉਸ ਤੇ ਤੁਹਾਡੀ ਕੀ ਸੋਚਣੀ ਹੈਗੀ ਹੈ ਕਿ ਮਿਊਚੁਅਲ ਭਾਸ਼ਾ ਹੋਣੀ ਚਾਹੀਦੀ ਹੈ। ਸਮਾਂ ਭਾਵੇਂ ਜਿਹੜਾ ਮਰਜ਼ੀ ਸੀ, ਭਾਵੇਂ ਕਿਸਾਨੀ ਅੰਦੋਲਨ ਚੱਲਦਾ ਸੀ ਉਦੋਂ, ਭਾਵੇਂ ਕੇਂਦਰ ਦਬਾਅ ਬਣਾ ਰਿਹਾ ਸੀ ਉਦੋਂ, ਪਰ ਗੱਲ ਦੀ ਨਜ਼ਾਕਤ ਨੂੰ ਤੁਸੀਂ ਦੇਖੋ ਕਿ ਕੀ ਉਹ ਗੱਲ ਸਹੀ ਸੀ ਜੋ ਗੁਰਦਾਸ ਮਾਨ ਨੇ ਕਹੀ ਕਿ ਯਾਰ ਕਿ ਮਿਊਚੁਅਲ ਭਾਸ਼ਾ ਵੀ ਤਾਂ ਹੋਣੀ ਚਾਹੀਦੀ ਹੈ ਨਾ। ਕਿਹੜੀ ਹੋਣੀ ਚਾਹੀਦੀ ਹੈ? ਜੋ ਹੁਣ ਸਾਰੇ ਤੁਸੀਂ ਹਿੰਦੀ ਸਮਝਦੇ ਹੋ, ਮੈਂ ਹਿੰਦੀ ਸਮਝਦਾ, ਬਿਲਕੁਲ ਸਮਝਦਾ। ਤੁਸੀਂ ਹਿੰਦੀ ਬੋਲ ਸਕਦੇ ਹੋ, ਇੱਕ ਫਿਰ ਮਿਊਚੁਅਲ ਭਾਸ਼ਾ ਇਹ ਹੋਈ ਨਹੀਂ ਜੀ ਪੂਰੇ ਦੇਸ਼ ਦੇ ਵਿੱਚ। ਅੱਛਾ, ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਭਾਸ਼ਾ ਨੂੰ ਬਹੁ ਗਿਣਤੀ ਸਮਝਦੀ ਹੈ, ਤੁਸੀਂ ਉਸ ਨੂੰ ਧੱਕੇ ਨਾਲ ਦੇਸ਼ ਤੇ ਲਾਗੂ ਕਰੋਗੇ। ਇਹਦਾ ਮਤਲਬ ਤੁਸੀਂ ਆਪਣਾ ਪਹਿਲਾਂ ਸ਼ੁਰੂ ਇਹ ਹੋਇਆ ਕਿ ਇਹ ਫਿਰ ਲੋਕਤੰਤਰ ਨਾ ਹੋਇਆ, ਬਹੁ ਗਿਣਤੀਵਾਦ ਹੋਇਆ। ਇਸੇ ਬਹੁ ਗਿਣਤੀਵਾਦ ਦੇ ਖਿਲਾਫ ਤਾਂ ਅਸੀਂ ਰੌਲਾ ਪਾਉਂਦੇ ਹਾਂ ਕਿ ਅੱਜ ਬਹੁ ਗਿਣਤੀ ਦੀ ਭਾਸ਼ਾ ਮੈਨੂੰ ਸਮਝ ਆਉਂਦੀ ਹੈ ਤਾਂ ਮੈਂ ਬਹੁ ਗਿਣਤੀ ਦੀ ਭਾਸ਼ਾ ਬੋਲਣ ਲਈ ਮਜਬੂਰ ਹਾਂ। ਕੱਲ੍ਹ ਨੂੰ ਮੈਨੂੰ ਬਹੁ ਗਿਣਤੀ ਦਾ ਸੱਭਿਆਚਾਰ ਸਮਝ ਆਊਗਾ, ਮੈਂ ਬਹੁ ਗਿਣਤੀ ਦਾ ਸੱਭਿਆਚਾਰ ਬਣਾਊਂਗਾ। ਪਰਸੋਂ ਮੈਨੂੰ ਬਹੁ ਗਿਣਤੀ ਦਾ ਪਹਿਰਾਵਾ ਸਮਝ ਆਊਗਾ, ਠੀਕ ਹੈ, ਫਿਰ ਮੈਂ ਬਹੁ ਗਿਣਤੀ ਦਾ ਪਹਿਰਾਵਾ ਸਮਝਾਊਂਗਾ, ਕਿਉਂਕਿ ਬਹੁ ਗਿਣਤੀ ਦਾ ਪੱਗ ਬੰਨ੍ਹਦੀ ਨਹੀਂ। ਤੇ ਫਿਰ ਤੁਸੀਂ ਕਹੋਗੇ ਕਿ ਨਹੀਂ, ਦੇਖੋ ਦੇਸ਼ ਦੇ ਵਿੱਚ ਜਿਹੜੇ ਲੋਕ ਜਿਹੜੇ ਜ਼ਿਆਦਾ ਹੋਣਗੇ ਅਸੀਂ ਉਹੀ ਰੱਖਾਂਗੇ, ਤੇ ਬਹੁਤੇ ਲੋਕ ਤਾਂ ਪੱਗ ਬੰਨ੍ਹਦੇ ਨਹੀਂ, ਤੇ ਠੀਕ ਹੈ ਫਿਰ ਮੈਨੂੰ ਹੁਣ ਪੱਗ ਵੀ ਲਾਣੀ ਪਊਗੀ। ਫਿਰ ਤੁਸੀਂ ਕਹੋਗੇ ਕਿ ਨਹੀਂ, ਬਹੁ ਗਿਣਤੀ ਜਿਹੜੀ ਹੈ ਸਾਗ ਨਹੀਂ ਖਾਂਦੀ, ਤੁਸੀਂ ਸਾਗ ਛੱਡੋ। ਮੈਂ ਕੀ ਕੁਛ ਆਪਣਾ ਇਸ ਕਰਕੇ ਛੱਡੂੰਗਾ ਕਿਉਂਕਿ ਉਹ ਬਹੁਤੇ ਲੋਕਾਂ ਨੂੰ ਸੂਟ ਕਰਦਾ ਹੈ। ਜੇ ਮੈਨੂੰ ਇੱਕ ਬੰਦੇ ਨੂੰ ਵੀ, ਇਕੱਲੇ ਬੰਦੇ ਨੂੰ ਵੀ ਮੈਨੂੰ ਮੇਰੀ ਪੰਜਾਬੀ ਭਾਸ਼ਾ ਚਾਹੀਦੀ ਹੈ, ਮੇਰੇ ਤੇ ਕੋਈ ਸੰਪਰਕ ਭਾਸ਼ਾ ਲਾਗੂ ਨਹੀਂ ਕੀਤੀ ਜਾ ਸਕਦੀ। ਅੱਛਾ, ਇੱਕ ਸਵਾਲ ਹੈ ਜੀ, ਏਟੀਐਮ ਤੁਸੀਂ ਜਾਂਦੇ ਹੋਵੋਗੇ, ਏਟੀਐਮ 'ਚ ਕੈਸ਼ ਕਢਾਉਣ ਵਾਸਤੇ ਜਾਂਦੇ ਹੋਵੋਗੇ। ਏਟੀਐਮ ਜਦੋਂ ਕੈਸ਼ ਕਢਾਉਣ ਜਾਂਦੇ ਹੋ ਉੱਥੇ ਭਾਸ਼ਾਵਾਂ ਆਉਂਦੀਆਂ ਨੇ ਕਿ ਕਿਹੜੀ ਕਿਹੜੀ ਭਾਸ਼ਾ ਤੁਸੀਂ ਵਰਤ ਸਕਦੇ ਹੋ। ਇੱਕ ਹੁੰਦੀ ਹੈ ਅੰਗਰੇਜ਼ੀ, ਇੱਕ ਹੁੰਦੀ ਹੈ ਪੰਜਾਬੀ, ਇੱਕ ਹੁੰਦੀ ਹੈ ਹਿੰਦੀ। ਇਮਾਨਦਾਰੀ ਨਾਲ ਦੱਸੋ ਕਿਹੜੀ ਭਾਸ਼ਾ ਵਰਤਦੇ ਹੋ? ਆਮ ਤੌਰ ਤੇ ਅੰਗਰੇਜ਼ੀ। ਇਹ ਵੀ ਇੱਕ ਕਾਰਨ ਹੈ ਕਿ ਆਪਾਂ ਫਿਰ ਉੱਥੇ ਕਿਉਂ ਨਕਾਰ ਦਿੰਦੇ? ਨਹੀਂ, ਬਿਲਕੁਲ ਨਹੀਂ ਨਕਾਰਦੇ। ਜਿੱਥੇ ਕਿਤੇ ਸਾਨੂੰ ਦੇਖੋ, ਇੱਕ ਸ਼ੌਕ ਦੇ ਲਈ ਮੈਂ ਕੀ ਕਰਦਾ, ਮੈਂ ਆਪਣੀ ਕਨਵੀਨੀਅੰਸ ਦੇ ਲਈ ਕੀ ਕਰਦਾ, ਇੱਕ ਵੱਖਰਾ ਮਾਮਲਾ, ਠੀਕ ਹੈ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਤੁਹਾਡੇ ਉੱਪਰ ਧੱਕੇ ਨਾਲ ਕੋਈ ਚੀਜ਼ ਲਾਗੂ ਕੀਤੀ ਜਾਂਦੀ ਹੈ। ਮੈਂ ਜ਼ਿੰਦਗੀ ਵਿੱਚ ਇੱਥੇ ਔਖਾ ਹੋਣ ਨਹੀਂ ਆਇਆ। ਜੇ ਮੈਂ ਇੰਗਲੈਂਡ ਦੇ ਵਿੱਚ ਜਾ ਕੇ ਮੈਨੂੰ ਨਜ਼ਰ ਆਉਂਦਾ ਕਿ ਅੰਗਰੇਜ਼ੀ ਦੇ ਵਿੱਚ ਕੰਮ ਹੋ ਰਿਹਾ ਤੇ ਮੈਂ ਉੱਥੇ ਜਿੱਦ ਨਹੀਂ ਕਰ ਸਕਦਾ ਕਿ ਤੁਸੀਂ ਪੰਜਾਬੀ 'ਚ ਕੰਮ ਕਰੋ, ਮੈਨੂੰ ਨਹੀਂ ਆਉਂਦੀ। ਇੱਕ ਚੀਜ਼ ਮੇਰੀ ਸੌਖ ਦੇ ਲਈ ਦੁਨੀਆ ਤੇ ਮੌਜੂਦ ਹੈ, ਠੀਕ ਹੈ, ਤਾਂ ਮੇਰੀ ਸੌਖ ਦੇ ਲਈ ਜਿਹੜੀ ਚੀਜ਼ ਮੌਜੂਦ ਹੈ, ਮੇਰਾ ਰਾਈਟ ਹੈ, ਮੈਂ ਜਿਹੜੀ ਮਰਜ਼ੀ ਚੀਜ਼ ਆਪਸ਼ਨ ਕਰਾਂ। ਇਹਦੇ ਨਾਲ ਮੇਰਾ ਤੁਸੀਂ ਨੈਤਿਕਤਾ ਨਹੀਂ ਜੋੜ ਸਕਦੇ। ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਤੁਸੀਂ ਧੱਕਾ ਕਰਦੇ ਹੋ ਮੇਰੇ ਨਾਲ ਕਿ ਤੁਸੀਂ ਇਸੇ ਏਟੀਐਮ ਦੇ ਵਿੱਚ ਜਾ ਕੇ ਪੰਜਾਬੀ ਕੱਢ ਦਿਓ, ਕੱਲੀ ਅੰਗਰੇਜ਼ੀ ਰੱਖ ਦਿਓ, ਫਿਰ ਮੈਨੂੰ ਇਤਰਾਜ਼ ਹੈ, ਠੀਕ ਹੈ। ਜੇ ਤੁਸੀਂ ਕਹੋ ਕਿ ਅਸੀਂ ਬੋਰਡਾਂ ਦੇ ਉੱਪਰ ਲੱਖੇ ਸਿਧਾਣੇ ਨੇ, ਹਿੰਦੀ ਉੱਤੇ ਚੱਕਤੀ, ਸਾਨੂੰ ਭੈੜਾ ਲੱਗਿਆ, ਅਸੀਂ ਚੱਕ ਕੇ ਕਿਹਾ ਨਹੀਂ ਪੰਜਾਬੀ ਉੱਤੇ ਕਰੋ। ਜਦੋਂ ਸਾਡੇ ਨਾਲ ਸਾਜ਼ਿਸ਼ ਹੁੰਦੀ ਹੈ ਸਾਨੂੰ ਉਦੋਂ ਇਤਰਾਜ਼ ਹੈ। ਅਸੀਂ ਕਿਤੇ ਹਿੰਦੀ ਭਾਸ਼ਾ ਦੇ ਖਿਲਾਫ ਆ? ਨਹੀਂ। ਅਸੀਂ ਮੇਰੇ ਘਰ ਦੇ ਵਿੱਚ ਜੇ ਤੁਸੀਂ ਜਾ ਕੇ ਮੇਰੀ ਲਾਇਬ੍ਰੇਰੀ ਫਰੋਲੋਗੇ, ਜੇ ਉਹਦੇ ਵਿੱਚ 500-600 ਕਿਤਾਬ ਪਈ ਹੈ, 600 ਵਿੱਚੋਂ ਘੱਟੋ ਘੱਟ 300-350 ਕਿਤਾਬ ਤਾਂ ਹਿੰਦੀ ਦੀ ਹੋਊਗੀ, ਕਿਉਂਕਿ ਪੰਜਾਬੀ ਵਿੱਚ ਟਰਾਂਸਲੇਸ਼ਨ ਅਵੇਲੇਬਲ ਨਹੀਂ ਹੈ ਔਰ ਮੈਂ ਅੰਗਰੇਜ਼ੀ ਪੜ੍ਹਨ ਦੇ ਵਿੱਚ ਬਹੁਤਾ ਕੰਫਰਟੇਬਲ ਨਹੀਂ ਹੈ। ਮੈਂ ਹਿੰਦੀ ਦੀ ਕਿਤਾਬ ਖਰੀਦ ਕੇ ਪੜ੍ਹਦਾ। ਮੇਰੀ ਕਿਤਾਬ ਅੰਗਰੇਜ਼ੀ ਦੀ ਕਿਤਾਬ ਵੀ ਪਈ ਹੈ, ਮੇਰੀ ਪੰਜਾਬੀ ਦੀ ਵੀ ਪਈ ਹੈ। ਮੈਨੂੰ ਹਿੰਦੀ ਨਾਲ ਵਿਰੋਧ ਥੋੜ੍ਹੀ ਹੈ ਕੋਈ, ਮੈਨੂੰ ਹਿੰਦੀ ਧੱਕੇ ਨਾਲ ਠੋਸੇ ਜਾਣ ਤੇ ਵਿਰੋਧ ਹੈ। ਉਸ ਮਾਮਲੇ ਦੇ ਵਿੱਚ ਗੁਰਦਾਸ ਮਾਨ ਵਾਲੇ ਬਿਆਨ ਦੇ ਵਿੱਚ ਕਿਵੇਂ ਧੱਕੇ ਨਾਲ ਹੀ ਪਰੋਸੀ ਗਈ? ਕਿਵੇਂ ਤੁਹਾਨੂੰ ਲੱਗਿਆ ਕਿ ਯਾਰ ਧੱਕੇ ਨਾਲ ਇਹ ਸਾਡੇ ਥੋਪੀ ਜਾ ਰਹੀ ਹੈ? ਉਸ ਵੇਲੇ ਕਿਉਂਕਿ ਅਮਿਤ ਸ਼ਾਹ ਹੋਰੀ ਕਹਿ ਰਹੇ ਸੀ ਇੱਕ ਦੇਸ਼, ਇੱਕ ਰਾਸ਼ਟਰ, ਇੱਕ ਭਾਸ਼ਾ। ਇੱਥੋਂ ਹੀ ਸਭ ਤੋਂ ਵੱਡੀ ਪ੍ਰੋਬਲਮ ਸੀ। ਪਹਿਲੀ ਗੱਲ ਤੇ ਰਾਸ਼ਟਰ ਨਹੀਂ ਹੈਗਾ, ਸਭ ਤੋਂ ਵੱਡੀ ਸਾਜ਼ਿਸ਼ ਸਾਡੇ ਧਿਆਨ 'ਚ ਨਹੀਂ ਆਈ। ਅਸੀਂ ਰਾਸ਼ਟਰ ਨਹੀਂ ਹੈਗੇ, ਠੀਕ ਹੈ, ਅਸੀਂ ਇੱਕ ਪੋਲੀਟੀਕਲ ਕੰਟਰੀ ਹਾਂ। ਅਸੀਂ ਇਸ ਦੇਸ਼ ਨੂੰ ਸੰਵਿਧਾਨਕ ਤੌਰ ਤੇ ਯੂਨੀਅਨ ਕਹਿੰਦੇ ਹਾਂ, ਯੂਨੀਅਨ ਆਫ ਸਟੇਟਸ। ਤਾਂ ਉਹ ਬਹੁਤ ਵੱਡਾ ਇੱਕ ਰਾਸ਼ਟਰ ਕਹਿ ਰਹੇ ਨੇ, ਲੱਗਦਾ ਕਿ ਉਹ ਯੂਨਾਈਟਿਡ ਬਣਾ ਰਹੇ ਨੇ। ਹਾਂ, ਉਹ ਸਾਰਾ ਕੁਝ ਮਤਲਬ ਕਿ ਕਰਾਹਾ ਫੇਰ ਕੇ ਸਭ ਕੁਝ ਬਰਾਬਰ ਕਰਨਾ ਚਾਹੁੰਦੇ ਆ। ਨਾਲ ਉਹ ਕਹਿੰਦੇ ਨੇ ਕਿ ਇੱਕ ਬੋਲੀ। ਉਸ ਵੇਲੇ ਸਾਊਥ ਰਿਐਕਟ ਕਰਦਾ, ਅਸੀਂ ਰਿਐਕਟ ਕਰਦੇ ਹਾਂ ਤੇ ਉਹ ਬਿਆਨ ਵਾਪਸ ਲੈ ਜਾਂਦੇ ਨੇ। ਸਮਝ ਕੇ ਚੱਲੋ ਕਿ ਅਸੀਂ ਜਦੋਂ ਇਕੱਠੇ ਹੋਏ ਹਾਂ ਦੇਸ਼ ਦੇ ਰੂਪ ਦੇ ਵਿੱਚ, ਇੱਕ ਪੋਲੀਟੀਕਲ ਦੇਸ਼ ਦੇ ਰੂਪ ਜਦੋਂ ਅਸੀਂ ਇਕੱਠੇ ਹੋਏ ਹਾਂ, ਸਾਨੂੰ ਗਰੰਟੀ ਦਿੱਤੀ ਗਈ ਹੈ ਕਿ ਹਰ ਇੱਕ ਬੰਦੇ ਕੋਲੇ ਆਪਣੀ ਭਾਸ਼ਾ, ਆਪਣੀ ਖੇਤੀਬਾੜੀ, ਆਪਣੀ ਸਿੱਖਿਆ, ਆਪਣਾ ਸੱਭਿਆਚਾਰ ਵਿਕਾਸ ਕਰਨ ਦੇ ਬਰਾਬਰ ਦੇ ਮੌਕੇ ਹੋਣਗੇ। ਤਾਂ ਅਸੀਂ ਇਸ ਦੇਸ਼ ਦੇ ਵਿੱਚ ਹਾਂ। ਤੇ ਜਦੋਂ ਤੁਸੀਂ ਇੱਕ ਸੂਬੇ ਕੋਲੋਂ ਸੱਭਿਆਚਾਰ ਖੋਵੋਗੇ, ਭਾਸ਼ਾ ਖੋਵੋਗੇ, ਉਹ ਸੂਬਾ ਰਿਐਕਟ ਕਰੂਗਾ। ਅਨਫੋਰਚੂਨੇਟਲੀ ਮੈਂ ਫਿਰ ਕਹਿਣਾ ਕਿ ਉਹ ਬਿਆਨ ਗੁਰਦਾਸ ਮਾਨ ਜੀ ਦਾ ਗਲਤ ਮੌਕੇ ਤੇ ਆ ਗਿਆ। ਆਮ ਹਾਲਤਾਂ ਵਿੱਚ ਤੁਸੀਂ ਮੇਰੇ ਨਾਲ ਡਿਸਕਸ਼ਨ ਕਰ ਰਹੇ ਹੋ, ਮੈਂ ਓਪਨਲੀ ਕਹਿਣਾ ਕਿ ਮੈਂ ਅੰਗਰੇਜ਼ੀ ਵਿੱਚ ਕਈ ਥਾਵਾਂ ਤੇ ਕੰਫਰਟੇਬਲ ਹਾਂ। ਮੇਰੇ ਦੋਨੋਂ ਬੱਚਿਆਂ ਨੇ ਅੰਗਰੇਜ਼ੀ ਪੜ੍ਹੀ ਹੈ। ਪਰ ਜੇ ਕੱਲ੍ਹ ਨੂੰ ਮੇਰੇ ਬੱਚੇ ਕਹਿਣ ਕਿ ਨਹੀਂ ਸਾਨੂੰ ਪੰਜਾਬੀ ਤੋਂ ਨਫ਼ਰਤ ਹੈ, ਮੈਂ ਉਹਨਾਂ ਬੱਚਿਆਂ ਦੇ ਖਿਲਾਫ ਹੋ ਜਾਊਂਗਾ, ਠੀਕ ਹੈ। ਸ਼ੌਕ ਲਈ ਕੋਈ 8 ਭਾਸ਼ਾਵਾਂ ਪੜ੍ਹੇ, 10 ਭਾਸ਼ਾਵਾਂ ਪੜ੍ਹੇ, ਕੋਈ ਪ੍ਰੋਬਲਮ ਨਹੀਂ ਸਾਨੂੰ। ਲੱਗਦਾ ਕਿ ਇਸ ਬਿਆਨ ਤੇ ਜੋ ਗੁਰਦਾਸ ਮਾਨ ਹੋਰਾਂ ਨੇ ਕੀਤਾ, ਇਸ ਤੇ ਦੋ ਜਮਾਤਾਂ ਵੱਖਰੀਆਂ ਹੋ ਗਈਆਂ ਵਿਚਾਰਧਾਰਾਵਾਂ ਵਾਲੀਆਂ। ਇੱਕ ਤਾਂ ਗੁਰਦਾਸ ਮਾਨ ਦੇ ਹੱਕ 'ਚ ਖੜ ਗਈਆਂ, ਦੂਜੀਆਂ ਉਹਦੇ ਵਿਰੋਧ ਦੇ ਵਿੱਚ ਹੋ ਗਈਆਂ। ਅਸੀਂ ਵੀ ਗੁਰਦਾਸ ਮਾਨ ਜੀ ਦੇ ਵਿਰੋਧ 'ਚ ਨਹੀਂ ਖੜੇ। ਬੀਇੰਗ ਕਲਾਕਾਰ, ਸਾਡੇ ਸੀਨੀਅਰ ਕਲਾਕਾਰ ਆ ਔਰ ਪੰਜਾਬੀ ਦਾ ਮਾਣ ਆ, ਉਹ ਸਾਡੇ ਪੰਜਾਬ ਦਾ ਮਾਣ ਆ। ਬਹੁਤ ਵੱਡੇ ਕਲਾਕਾਰ ਨੇ ਔਰ ਅਸੀਂ ਤਾਂ ਨਿੱਕੇ ਹੁੰਦੇ ਤੋਂ ਉਹਨਾਂ ਨੂੰ ਸੁਣ ਕੇ ਵੱਡੇ ਹੋਏ ਹਾਂ। ਅਸੀਂ ਵੀ ਉਹਨਾਂ ਦੇ ਖਿਲਾਫ ਨਹੀਂ ਹੈ, ਕੋਈ ਦੋ ਜਮਾਤਾਂ ਨਹੀਂ ਹੈਗੀਆਂ। ਕੋਈ ਗੁਰਦਾਸ ਮਾਨ ਦੇ ਖਿਲਾਫ ਨਹੀਂ ਹੈ। ਗੁਰਦਾਸ ਮਾਨ ਦਾ ਜਿਹੜਾ ਐਟੀਟਿਊਡ ਸੀ ਵੀ ਗਾਲ ਕੱਢ ਕੇ ਮਾਫੀ ਨਹੀਂ ਮੰਗਣਾ, ਉਸ ਨੂੰ ਜਸਟੀਫਾਈ ਕਰਾਰ ਕਰਨਾ, ਇਸ ਗੀਤ ਦੇ ਵੀ ਮੈਂ ਖਿਲਾਫ ਇਸੇ ਕਰਕੇ ਹਾਂ ਕਿ ਚਲੋ ਮਾਨ ਸਾਹਿਬ ਤੁਸੀਂ ਬਹੁਤ ਵੱਡੀ ਸ਼ਖਸੀਅਤ ਹੋ, ਜੇ ਕੁਝ ਇਹੋ ਜਿਹਾ ਹੋ ਗਿਆ ਸੀ ਚੁੱਪ ਕਰ ਜਾਂਦੇ, ਜਾਣ ਦਿੰਦੇ। ਹੁਣ ਮੈਨੂੰ ਲੱਗਦਾ ਇੰਨੀ ਦੇਰ ਬਾਅਦ ਉਹ
ਮੈਨੂੰ ਇਹ ਗੀਤ ਸਮਝ ਨਹੀਂ ਆਇਆ। ਜ਼ਿਆਦਾ ਕਿ 1.5 ਸਾਲ ਤੋਂ ਭਰੇ ਹੋਏ ਸੀ ਮਾਨ ਸਾਹਿਬ, ਕੋਈ ਆਪਣਾ ਗੀਤ ਨਹੀਂ ਕੱਢ ਪਾਏਗੇ, ਇੰਨਾ ਐਕਟਿਵ ਨਹੀਂ ਹੋ ਪਾਏਗੇ, ਤੇ ਉਹਨਾਂ ਦੇ ਜਜ਼ਬਾਤ ਸੀਗੇ ਜੋ ਨਿਕਲੇ ਨੇ। ਹਾਂ ਬਿਲਕੁਲ ਮੈਂ ਸਮਝ ਸਕਦਾ, ਉਹਨਾਂ ਨੇ ਗੁੱਸਾ ਕੱਢਿਆ ਉਹਨਾਂ ਨੇ, ਔਰ ਉਹਨਾਂ ਅੰਦਰ ਗੁੱਸਾ ਹੋਏਗਾ, ਉਹਨਾਂ ਨੂੰ ਹੋਣਾ ਵੀ ਚਾਹੀਦਾ। ਮੈਂ ਸਮਝਦਾ ਉਹਨਾਂ ਨਾਲ ਅਨਿਆਏ ਹੋਇਆ, ਪਰ ਗੱਲ ਸੁਣੋ, ਇਸ ਸੁਸਾਇਟੀ ਵਿੱਚ ਰਹਿੰਦਿਆਂ ਹੋਇਆਂ ਅਕਸਰ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ। ਕਈ ਵਾਰੀ ਮੇਰੇ ਕੋਲੋਂ ਗਲਤੀ ਹੁੰਦੀ ਹੈ, ਕਈ ਵਾਰੀ ਦੂਜੇ ਕੋਲੋਂ ਹੁੰਦੀ ਹੈ, ਅਸੀਂ ਦੋਨੋਂ ਭੜਕ ਕੇ ਰਿਐਕਟ ਕਰਦੇ ਹਾਂ। ਉਸ ਵੇਲੇ ਦੋਨਾਂ ਧਿਰਾਂ ਨੇ ਭੜਕ ਕੇ ਰਿਐਕਟ ਕੀਤਾ, ਮਾਮਲਾ ਬਹੁਤ ਗੁੰਝਲਦਾਰ ਹੋ ਗਿਆ। ਔਰ ਗੁਰਦਾਸ ਮਾਨ ਜੀ ਦੀ ਜਿੱਡੀ ਵੱਡੀ ਸ਼ਖਸੀਅਤ ਸੀ, ਉਹ ਹਮੇਸ਼ਾ ਹੀ ਨਿਮਾਣੇ ਹੋ ਕੇ ਗੱਲ ਕਰਦੇ ਸੀ। ਉਸ ਵੇਲੇ ਉਹਨਾਂ ਨੇ ਨਿਮਾਣੇ ਹੋ ਕੇ ਗੱਲ ਨਹੀਂ ਕੀਤੀ। ਪ੍ਰੋਬਲਮ ਇਹ ਸੀ ਕਿ ਅਸੀਂ ਉਸ ਵੇਲੇ ਅੰਡਰ ਪ੍ਰੈਸ਼ਰ ਸੀਗੇ ਅਮਿਤ ਸ਼ਾਹ ਹੋਰਾਂ ਦੇ, ਤੇ ਸਾਨੂੰ ਐਂ ਜੇ ਲੱਗਣ ਲੱਗ ਪਿਆ ਕਿ ਨਹੀਂ ਯਾਰ, ਇਹ ਬੰਦਾ ਕਿਤੇ ਅਮਿਤ ਸ਼ਾਹ ਦੀ ਬੋਲੀ ਤਾਂ ਨਹੀਂ ਬੋਲ ਰਿਹਾ। ਔਰ ਗੁਰਦਾਸ ਮਾਨ ਨੇ ਆਪਣਾ ਐਟੀਟਿਊਡ ਚੇਂਜ ਨਹੀਂ ਕੀਤਾ। 3 ਸਾਲ ਬਾਅਦ ਵੀ ਹੁਣ ਉਹ ਜੇ ਕੋਈ ਮੰਨ ਲਓ ਸਾਰਥਕ ਵਿਸ਼ੇ ਦੇ ਉੱਪਰ ਗੀਤ ਲੈ ਕੇ ਆਉਂਦੇ, ਤਾਂ ਭਾਵੇਂ ਉਹ ਇੱਕ ਕੰਟਰੋਵਰਸੀ ਕਰਕੇ ਇੰਨਾ ਹਿੱਟ ਨਾ ਹੁੰਦਾ, ਲੇਕਿਨ ਸਟਿਲ ਮੈਨੂੰ ਲੱਗਦਾ ਇੱਕ ਦੋ ਗੀਤਾਂ ਵਿੱਚੋਂ ਵਾਪਸ ਉਸੇ ਮੁਕਾਮ ਤੇ ਪਹੁੰਚ ਜਾਂਦੇ। ਉਹਨਾਂ ਦਾ ਮੁਕਾਮ ਬਹੁਤ ਵੱਡਾ ਹੈ, ਉਹ ਪਹਿਲਾਂ ਵੀ ਨਹੀਂ ਡਿੱਗੇ ਮੁਕਾਮ ਤੋਂ। ਉਹਨਾਂ ਦੇ ਪੁਰਾਣੇ ਗੀਤ ਬਹੁਤ ਕਮਾਲ ਗੀਤ ਨੇ, ਔਰ ਉਹ ਜਿਉਂਦੇ ਨੇ, ਹਮੇਸ਼ਾ ਜਿਉਂਦੇ ਰਹਿਣਗੇ। ਮਾਨਸਿਕਤਾ ਦੇ ਕਿੰਨਾ ਕੁ ਫਰਕ ਪਿਆ ਹੋਊਗਾ ਗੁਰਦਾਸ ਮਾਨ ਸਾਹਿਬ ਦੇ? ਤੁਸੀਂ ਆਪਣੀ ਪੋਸਟ ਦੇ ਵਿੱਚ ਕਲਾਕਾਰ ਦੀ ਇੱਕ ਗੱਲ ਕੀਤੀ ਸੀ ਕਿ ਕਲਾਕਾਰ ਨੂੰ ਲੱਗਦਾ ਕਿ ਯਾਰ ਇਸ ਤੋਂ ਅਗਲਾ ਮੇਰਾ ਇੱਕ ਹੋਰ ਹਿੱਟ ਜਾਵੇ। ਮਾਨ ਸਾਹਿਬ ਵਾਸਤੇ ਉਹ ਜਿਹੜਾ ਇਨਸੀਡੈਂਟ ਸੀਗਾ, ਕਿੰਨਾ ਕੁ ਮਾਨਸਿਕ ਪੀੜ ਭਰਿਆ ਰਿਹਾ ਹੋਊਗਾ? ਇੱਕ ਚੀਜ਼ ਸਮਝ ਲਓ ਕਿ ਹਰ ਇੱਕ ਕਲਾਕਾਰ ਦੀ ਸਭ ਤੋਂ ਵੱਡੀ, ਇੱਕ ਦੀ ਮੌਤ ਫਿਜ਼ੀਕਲ ਮੌਤ ਨਹੀਂ ਹੁੰਦੀ, ਉਹਦੀ ਸਭ ਤੋਂ ਵੱਡੀ ਮੌਤ ਇਹ ਉਦੋਂ ਹੁੰਦੀ ਹੈ ਜਦੋਂ ਉਹਦੀਆਂ ਰਚਨਾਵਾਂ, ਭਾਵੇਂ ਉਹ ਕਵੀ ਹੈ, ਕਲਾਕਾਰ ਹੈ, ਭਾਵੇਂ ਉਹ ਰਾਈਟਰ ਹੈ, ਜਦੋਂ ਉਹਦੀਆਂ ਰਚਨਾਵਾਂ ਜਿਹੜੀਆਂ ਨੇ ਪ੍ਰਵਾਨ ਹੋਣੋਂ ਹਟ ਜਾਂਦੀਆਂ ਨੇ। ਔਰ ਅਸੀਂ ਇਹ ਵੀ ਜਾਣਦੇ ਹਾਂ ਕਿ ਸਿੰਗਿੰਗ ਦੇ ਵਿੱਚ ਔਰ ਫਿਲਮ ਲਾਈਨ ਦੇ ਵਿੱਚ ਬਹੁਤ ਲੰਬਾ ਸਮਾਂ ਨਹੀਂ ਚੱਲਦਾ। ਕੋਈ ਵੀ ਸਿੰਗਰ ਆ, ਉਹ ਸਮਾਂ ਵੇਲਾ ਵਿਹਾ ਜਾਂਦਾ। ਇੱਕ ਸਟੇਜ ਤੇ ਨਵੇਂ ਸਿੰਗਰ ਆ ਜਾਂਦੇ ਨੇ, ਪੁਰਾਣੇ ਸਿੰਗਰ ਪਿੱਛੇ ਹੋ ਜਾਂਦੇ ਨੇ। ਇਹ ਇੱਕ ਰੂਲ ਹੈ, ਦੇਖੋ ਇਸ ਨੂੰ ਕੋਈ ਕੱਟ ਨਹੀਂ ਸਕਦਾ। ਨਵੇਂ ਲੋਕ ਅੱਗੇ ਆਉਂਦੇ ਨੇ, ਪੁਰਾਣੇ ਲੋਕ ਪਿੱਛੇ ਹੋ ਜਾਂਦੇ ਨੇ। ਤਾਂ ਗੁਰਦਾਸ ਮਾਨ ਜੀ ਨੇ ਇਸ ਕਰਕੇ ਨਹੀਂ ਉਹ ਪਿੱਛੇ ਹੋਏ ਕਿ ਉਹਨਾਂ ਦੀ ਕਲਾ ਵਿੱਚ ਕੋਈ ਖੋਟ ਸੀ, ਨਹੀਂ। ਉਹ ਇੱਕ ਸਮੇਂ ਦੇ ਨਾਲ ਨਾਲ ਨਵੀਂ ਜਨਰੇਸ਼ਨ ਆ ਜਾਂਦੀ ਹੈ, ਨਵੀਂ ਜਨਰੇਸ਼ਨ ਦਾ ਨਵਾਂ ਸੰਗੀਤ ਹੁੰਦਾ, ਨਵੀਂ ਉਹਨਾਂ ਦੀ ਭਾਸ਼ਾ ਹੁੰਦੀ ਹੈ, ਨਵੀਂ ਉਹਨਾਂ ਦਾ ਪ੍ਰੈਜੈਂਟੇਸ਼ਨ ਹੁੰਦੀ ਹੈ। ਤਾਂ ਸਾਰਾ ਕੁਝ ਜਦੋਂ ਨਵਾਂ ਆ ਜਾਂਦਾ ਤੇ ਪੁਰਾਣੇ ਲੋਕ ਪਿੱਛੇ ਹੋ ਜਾਂਦੇ ਨੇ। ਤਾਂ ਗੁਰਦਾਸ ਮਾਨ ਜੀ ਨੇ ਆਟੋਮੈਟਿਕਲੀ ਪਿੱਛੇ ਹੋ ਜਾਣਾ ਸੀ। ਇਹਦੇ ਵਿੱਚ ਕੋਈ ਉਹ ਨਹੀਂ। ਸਾਡੇ ਬਜ਼ੁਰਗ ਨੇ ਘਰ ਦੇ ਵਿੱਚ, ਇੱਕ ਸਟੇਜ 'ਤੇ ਅਸੀਂ ਉਹਨਾਂ ਨੂੰ ਚੱਕ ਕੇ ਡਿਓੜੀ 'ਚ ਬਿਠਾ ਦਿੰਦੇ ਹਾਂ, ਅੰਦਰਲੇ ਕਮਰੇ 'ਚ ਬਿਠਾ ਦਿੰਦੇ ਹਾਂ, ਅਤੇ ਜਵਾਕ ਘਰ ਦਾ ਚਾਰਜ ਲੈ ਲੈਂਦੇ ਨੇ। ਇੱਦਾਂ ਹਮੇਸ਼ਾ ਹੀ ਵਾਪਰਦਾ। ਹੁਣ ਮੈਂ ਇਹ ਇੰਨੀ ਗੱਲ ਹੀ ਕਹਿ ਸਕਦਾ ਕਿ ਉਹਨਾਂ ਦਾ ਸਮਾਂ ਵੈਸੇ ਵੀ ਵਿਹਾ ਚੁੱਕਿਆ ਸੀ। ਜੇ ਇਹੋ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਮੈਨੂੰ ਲੱਗਦਾ ਕਿ ਨਹੀਂ, ਇਹ ਗੀਤ ਜਿਹੜਾ ਸੀ ਗੁਰਦਾਸ, ਪਰ ਇਹਦੇ ਨਾਲ ਫਰਕ ਨਹੀਂ ਪੈਂਦਾ। ਗੁਰਦਾਸ ਮਾਨ ਜੀ ਵੱਡੀ ਸ਼ਖਸੀਅਤ ਸੀਗੇ, ਉਹ ਉੱਥੇ ਹੀ ਰਹਿਣਗੇ। ਮੈਂ ਹੈ ਕਿ ਸੀ ਨਹੀਂ, ਉਹ ਹਮੇਸ਼ਾ ਹੀ ਸਾਡੇ ਲਈ, ਦੇਖੋ ਉਹਨਾਂ ਨੇ ਉਸ ਵੇਲੇ ਪੰਜਾਬੀ ਦੇ ਵਿੱਚ ਗਾਇਕੀ ਸ਼ੁਰੂ ਕੀਤੀ ਜਦੋਂ ਉਸ ਵੇਲੇ ਦੁਗਾਣੇ ਦਾ ਰਿਵਾਜ ਸੀ, ਤੇ ਇਲਜ਼ਾਮ ਲੱਗਦਾ ਸੀ ਇਹ ਗਾਣੇ ਅਕਸਰ ਵਲਗਰ ਹੋ ਜਾਂਦੇ ਆ। ਗੁਰਦਾਸ ਮਾਨ ਜੀ ਜਦੋਂ ਡਫਲੀ ਫੜ ਕੇ ਇਕੱਲੇ ਸਟੇਜ ਤੇ ਚੜ੍ਹ ਗਏ, ਲੋਕ ਕਹਿੰਦੇ ਸੀ ਇਹਨਾਂ ਨੇ ਕਿਵੇਂ ਚੱਲ ਜਾਣਾ, ਇਹਨਾਂ ਨਾਲ ਕੁੜੀ ਤਾਂ ਕੋਈ ਹੈ ਨਹੀਂ। ਲੇਕਿਨ ਗੁਰਦਾਸ ਮਾਨ ਜੀ ਨੇ ਬਹੁਤ ਸਾਫ਼ ਸੁਥਰਾ ਗਾ ਕੇ ਨਵਾਂ ਟ੍ਰੈਂਡ ਸੈਟਲ ਕੀਤਾ। ਉਦੋਂ ਬਾਅਦ ਕਿੰਨੇ ਲੋਕਾਂ ਨੇ ਇਕੱਲਾ ਗਾਣ ਦਾ ਹੌਸਲਾ ਕੀਤਾ। ਗੁਰਦਾਸ ਮਾਨ ਜੀ ਦੀ ਜਿਹੜੀ ਪੰਜਾਬੀ ਸੰਗੀਤ ਨੂੰ ਕੰਟਰੀਬਿਊਸ਼ਨ ਹੈ, ਕੋਈ ਛੋਟੀ ਮੋਟੀ ਨਹੀਂ ਹੈਗੀ। ਉਹ ਪੂਰੇ ਦੇ ਪੂਰੇ ਟ੍ਰੈਂਡ ਸੈਟਰ ਹੈ, ਠੀਕ ਹੈ। ਉਹਨਾਂ ਦਾ ਉਹ ਕੰਮ ਕਦੇ ਨਹੀਂ ਜਾਊਗਾ। ਚਮਕੀਲੇ ਵਰਗੇ ਬੰਦੇ ਦਾ ਕੰਮ ਨਹੀਂ ਗਿਆ, ਸਭ ਤੋਂ ਜ਼ਿਆਦਾ ਸੁਣਿਆ ਜਾਂਦਾ ਅੱਜ ਵੀ ਉਹ। ਤੁਸੀਂ ਕਿਵੇਂ ਮੰਨ ਸਕਦੇ ਹੋ ਗੁਰਦਾਸ ਮਾਨ ਜੀ ਦਾ ਕੰਮ ਚਲਾ ਜਾਊ? ਨਹੀਂ ਜਾਊਗਾ। ਇਹ ਠੀਕ ਹੈ ਕਿ ਉਹਨਾਂ ਨੂੰ ਕੋਈ ਕੰਪਲੈਕਸ ਆ ਗਿਆ, ਉਹਨਾਂ ਨੂੰ ਮਿਸਗਾਈਡ ਕਰਤਾ, ਜਾਂ ਉਹਨਾਂ ਨੂੰ ਲੱਗਿਆ ਯਾਰ ਇਹ ਕੰਟਰੋਵਰਸੀ ਦੇ ਵਿੱਚੋਂ ਇੱਕ ਵਧੀਆ ਗੀਤ ਹਿੱਟ ਕੱਢ ਸਕਦੇ ਆ, ਤੇ ਉਹ ਮੌਕਾ ਬਣਾ ਗਏ ਔਰ ਗੀਤ ਟ੍ਰੈਂਡ ਹੋ ਵੀ ਰਿਹਾ। ਪਰ ਮੈਨੂੰ ਨਹੀਂ ਲੱਗਦਾ ਕਿ ਇਹ ਗੀਤ ਜਲਦੀ ਭੁੱਲ ਜੂਗਾ ਲੋਕਾਂ ਨੂੰ, ਔਰ ਭੁੱਲ ਵੀ ਜਾਣਾ ਚਾਹੀਦਾ। ਤੁਸੀਂ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦੇ ਸੀ? ਬਿਲਕੁਲ ਬਿਲਕੁਲ ਸੁਣਦਾ ਸੀ। ਜੋ ਚਲੋ ਮੈਂ ਵੀ ਇੱਕ ਸਮੇਂ ਦੇ ਵਿੱਚ ਉਹਨਾਂ ਦਾ ਆਲੋਚਕ ਰਿਹਾ ਸੀ ਜਦੋਂ ਕਰਦੇ ਸੀ, ਪਰ ਉਹਨਾਂ ਦੇ ਜਾਣ ਤੋਂ ਬਾਅਦ ਸੁਣਿਆ ਉਹਨਾਂ ਨੂੰ, ਤੇ ਜੋ ਉਹ ਵਾਪਰਿਆ ਉਹ ਸਭ ਸੁਣਦਾ ਹੀ ਤਾਂ ਇਹੀ ਲੱਗਦਾ ਸੀ ਕਿ ਜੋ ਉਹਨਾਂ ਦੇ ਬੀਤਦੀ ਆ ਉਹ ਲਿਖਦੇ ਹੈਗੇ ਆ। ਮੇਰੇ ਖਿਆਲ ਗੁਰਦਾਸ ਮਾਨ ਤੇ ਵੀ ਇਹ ਬੀਤੀ ਤੇ ਉਹਨਾਂ ਨੇ ਲਿਖਿਆ। ਇਹ ਇੱਕ ਪ੍ਰਗਟਾਵਾ ਹੋ ਗਿਆ ਕਲਾਕਾਰ ਦਾ। ਦੇਖੋ ਦੁਨੀਆ ਵਿੱਚ ਹਜ਼ਾਰਾਂ ਸਿੰਗਰ ਨੇ, ਔਰ ਹਜ਼ਾਰਾਂ ਹੀ ਕਲਾਕਾਰ ਨੇ, ਹਜ਼ਾਰਾਂ ਹੀ ਫਿਲਮ ਮੇਕਰ ਨੇ, ਹਜ਼ਾਰਾਂ ਹੀ ਫਿਲਮਾਂ ਬਣਦੀਆਂ ਨੇ। ਮੇਰੀ ਜ਼ਿੰਦਗੀ ਦੀ ਫਿਲਾਸਫੀ ਇਹ ਹੈ ਕਿ ਜਿੱਥੋਂ ਜੋ ਮਿਲਦਾ ਦੇਖ ਲਓ, ਜੋ ਮਿਲਦਾ ਸੁਣ ਲਓ, ਠੀਕ ਹੈ। ਮੈਂ ਚੰਗਾ ਮਾੜਾ ਹਰ ਤਰੀਕੇ ਦਾ ਸੰਗੀਤ ਸੁਣ ਲੈਂਦਾ, ਉਹ ਮੇਰਾ ਹਾਜ਼ਮਾ ਬਹੁਤ ਦਰੁਸਤ ਹੈ। ਮਤਲਬ ਕਿ ਮੇਰੀ ਗੱਡੀ ਦੇ ਵਿੱਚ ਸਿੱਧੂ ਮੂਸੇਵਾਲਾ ਹੀ ਵੱਜ ਸਕਦਾ, ਉਸੇ ਹੀ ਅਗਲਾ ਗੀਤ ਹਨੀ ਦਾ ਹੋ ਸਕਦਾ, ਉਹ ਤੀਜਾ ਗੀਤ ਬਾਦਸ਼ਾਹ ਦਾ ਹੋ ਸਕਦਾ, ਚੌਥਾ ਗੀਤ ਹੋ ਸਕਦਾ ਵਡਾਲੀ ਬ੍ਰਦਰਜ਼ ਦਾ ਹੋਵੇ। ਬਿਲਕੁਲ ਤੁਹਾਡੇ ਵਰਗਾ ਇੱਦਾਂ ਸੁਣਦਾ, ਠੀਕ ਹੈ। ਤੇ ਮੈਨੂੰ ਇਹ ਲੱਗਦਾ ਕਿ ਸਾਰਾ ਕੁਝ ਸੁਣੀ ਚੱਲੋ। ਮੈਂ ਸਿੱਧੂ ਮੂਸੇਵਾਲਾ ਨੂੰ ਪਸੰਦ ਕਰਦਾ ਸੀ ਹੋਰ ਕਾਰਨਾਂ ਕਰਕੇ, ਕਿਉਂਕਿ ਉਹ ਜ਼ਮੀਨ ਤੋਂ ਉੱਠ ਕੇ ਤਰੱਕੀ ਕੀਤੀ ਤੇ ਉਹ ਇਸ ਚੀਜ਼ ਦਾ ਪ੍ਰਗਟਾਵਾ ਕਰਦਾ ਸੀ। ਮੈਂ ਉਹਦੇ ਇੱਕ ਗੀਤ ਦਾ ਬਹੁਤ ਵੱਡਾ ਫੈਨ ਸੀ। ਮੈਂ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕੀਤਾ, ਜਿਸ 'ਚ ਉਹ ਕਹਿੰਦਾ ਕਿ ਅੱਜ ਮੇਰੇ ਕੋਲ ਸਾਈਕਲ ਵੀ ਨਹੀਂ ਹੈਗੀ, ਇੱਕ ਦਿਨ ਦੇਖਿਓ ਮੇਰੇ ਕੋਲੇ ਕੀ ਹੋਊ। ਪੰਜਾਬੀ ਯੂਥ ਦਾ ਕਰੈਕਟਰ ਹੈ ਇਹ, ਪੰਜਾਬੀ ਯੂਥ ਦਾ ਕਰੈਕਟਰ ਹੈ। ਅੱਜ ਪੰਜਾਬੀ ਯੂਥ ਕੋਲ ਭਾਵੇਂ ਕੁਝ ਵੀ ਨਾ ਹੋਵੇ, ਸੁਪਨੇ ਬਹੁਤ ਵੱਡੇ ਨੇ। ਔਰ ਇਹ ਪੰਜਾਬੀ ਯੂਥ ਜਿਹੜਾ ਕੈਨੇਡਾ ਅਮਰੀਕਾ ਵਿੱਚ ਜਾ ਕੇ ਪਹਿਲੇ ਦਿਨ 50 ਲੱਖ ਦੀ ਗੱਡੀ ਕਢਾ ਲੈਂਦਾ, ਉਹੀ ਯੂਥ ਹੈ। ਮੈਨੂੰ ਉਹ ਯੂਥ ਬਹੁਤ ਪਸੰਦ ਹੈ। ਠੀਕ ਹੈ ਯਾਰ, ਮਰਦੇ ਭਿੜਦੇ ਰਵਾਂਗੇ, ਡਿੱਗਦੇ ਰਵਾਂਗੇ, ਪ੍ਰੋਬਲਮਾਂ ਆਉਂਦੀਆਂ ਰਹਿਣਗੀਆਂ, ਜ਼ਿੰਦਗੀ ਦਾ ਸ਼ਾਨ ਨਾਲ ਜਿਓ। ਤਾਂ ਸਿੱਧੂ ਮੂਸੇਵਾਲਾ ਸ਼ਾਨ ਨਾਲ ਜ਼ਿੰਦਗੀ ਜੀ ਰਿਹਾ ਸੀ, ਤੇ ਇਹ ਪੰਜਾਬੀ ਯੂਥ ਦਾ ਕਰੈਕਟਰ ਹੈ। ਔਰ ਪੰਜਾਬੀ ਯੂਥ ਇੱਦਾਂ ਦਾ ਹੀ ਯੂਥ ਹੈ। ਮੈਨੂੰ ਇਸੇ ਕਰਕੇ ਉਹ ਸਿੱਧੂ ਮੂਸੇਵਾਲੇ ਦੇ ਗੀਤ ਚੰਗੇ ਲੱਗਦੇ ਸੀਗੇ, ਵਧੀਆ ਸੀ। ਗੁਰਦਾਸ ਮਾਨ ਦਾ ਸਾਈਕਲ ਗਾਣਾ ਸੁਣਿਆ ਤੁਸੀਂ? ਹਾਂ ਸੁਣਿਆ, ਪਰ ਮੈਨੂੰ ਹੁਣ ਐਗਜ਼ੈਕਟ ਬੋਲ ਨਹੀਂ ਯਾਦ ਉਹਦੇ। ਤੁਸੀਂ ਜ਼ਰੂਰ ਸੁਣਿਓ ਜਦੋਂ ਤੁਸੀਂ ਫ੍ਰੀ ਹੋਵੋਗੇ।
ਜੋ ਤੁਸੀਂ ਪੋਸਟ ਪਾਈ, ਮੈਂ ਅਕਸਰ ਤੁਹਾਡੀਆਂ ਪੋਸਟਾਂ ਪੜ੍ਹਦਾ ਰਹਿੰਦਾ ਜੀ ਸੋਸ਼ਲ ਮੀਡੀਆ ਤੇ, ਮੈਂ ਤੁਹਾਨੂੰ ਫੋਲੋ ਕਰਦਾ ਹੈਗਾ। ਜੋ ਤੁਹਾਡੀ ਪੋਸਟ ਹੁੰਦੀ ਆ ਉਹ ਤੁਹਾਡੇ ਵਿਚਾਰ ਹੁੰਦੇ ਨੇ, ਤੇ ਅਸੀਂ ਕਈ ਵਾਰ ਤਰਕ ਦਲੀਲਾਂ ਦੇ ਹਿਸਾਬ ਨਾਲ ਮੈਂ ਉਹਨਾਂ ਵਿਚਾਰਾਂ ਦਾ ਸਵਾਗਤ ਵੀ ਕਰਦਾ ਹੁੰਦਾ। ਇਹ ਜੋ ਪੋਸਟ ਪਾਈ, ਇੱਕ ਤੁਹਾਡੀ ਨਸੀਹਤ ਸੀ ਕਿ ਗੁਰਦਾਸ ਮਾਨ ਨੂੰ ਗੜੇ ਹੋਏ ਮੁਰਦੇ ਨਹੀਂ ਸੀ ਉਠਾਉਣੇ ਚਾਹੀਦੇ, ਇਹਦੇ ਪਿੱਛੇ ਕੀ ਕਾਰਨ? ਹਾਂ, ਮੈਨੂੰ ਲੱਗਦਾ ਕਿ ਹੁਣ ਸਭ ਕੁਝ ਨਾਰਮਲ ਹੋ ਚੱਲਿਆ ਸੀ, ਲੋਕ ਉਸ ਕੰਟਰੋਵਰਸੀ ਨੂੰ ਭੁੱਲ ਗਏ ਸੀਗੇ। ਸਾਡੇ ਉੱਪਰੋਂ ਸੈਂਟਰ ਦਾ ਪ੍ਰੈਸ਼ਰ ਕਾਫੀ ਹੱਦ ਤੱਕ ਲੈ ਗਿਆ ਸੀ। ਕਿਸਾਨ ਅੰਦੋਲਨ ਕਰਕੇ ਅਸੀਂ ਸੈਂਟਰ ਨੂੰ ਬਹੁਤ ਬੈਕ ਫੁੱਟ ਤੇ ਲੈ ਗਏ ਸੀਗੇ। ਪੰਜਾਬ ਯੂਨੀਵਰਸਿਟੀ ਵਾਲੇ ਮੁੱਦੇ ਤੇ ਅਸੀਂ ਉਹਨਾਂ ਨੂੰ ਭੱਜਣ ਲਈ ਮਜਬੂਰ ਕੀਤਾ, ਤੇ ਮੈਨੂੰ ਇਹ ਲੱਗਦਾ ਕਿ ਹੁਣ ਪੰਜਾਬੀ ਕਾਫੀ ਨਾਰਮਲ ਹੋ ਚੁੱਕੇ ਸੀ। ਸ਼ਾਇਦ ਉਹ ਮਾਨ ਸਾਹਿਬ ਵਾਲੀ ਉਸ ਇੰਸੀਡੈਂਟ ਨੂੰ ਵੀ ਭੁੱਲ ਹੀ ਚੱਲੇ ਸੀਗੇ, ਤੇ ਹੁਣ ਕੀ ਹੈਗਾ ਕਿ ਹੁਣ ਗੁੰਜਾਇਸ਼ ਨਹੀਂ ਬਚੀ ਸਮਝੌਤੇ। ਹੁਣ ਇਸ ਗਾਣੇ ਤੋਂ ਬਾਅਦ ਕਿ ਲੋਕਾਂ ਦੇ ਵਿੱਚ ਅਸੈਪਟੈਂਸ ਹਾਲੇ ਵੀ ਨਹੀਂ ਆਏਗੀ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਜ਼ਿਆਦਾ ਵਿਰੋਧ ਕਰ ਰਹੇ ਸੀ ਗੁਰਦਾਸ ਮਾਨ ਲਈ? ਗੱਲ ਇਹ ਹੈ ਕਿ ਤੁਸੀਂ ਅੱਜ ਮੇਰੇ ਨਾਲ ਲੜੇ, ਅੱਜ ਤੁਸੀਂ ਮੇਰੇ ਤੋਂ ਜਿੱਤ ਨਹੀਂ ਸਕੇ, ਕੱਲ ਦੁਬਾਰਾ ਲੜਨ ਆਏ ਤਾਂ ਫਿਰ ਜ਼ਿਆਦਾ ਵੱਡਾ ਹਥਿਆਰ ਲੈ ਕੇ ਆਂਦੇ। ਜੇ ਕੱਲ ਵਾਲੇ ਹਥਿਆਰ ਲੈ ਕੇ ਦੁਬਾਰਾ ਲੜਨ ਆਏ ਹੋ ਤਾਂ ਫਿਰ ਮੈਂ ਤੁਹਾਡੇ ਤੋਂ ਡਰ ਨਹੀਂ ਸਕਦਾ। ਤਾਂ ਗੁਰਦਾਸ ਮਾਨ ਜੀ ਕੋਲੇ ਕੋਈ ਨਵੀਂ ਗੱਲ ਨਹੀਂ ਸੀ ਕਹਿਣ ਨੂੰ, ਉਹਨਾਂ ਨੇ ਪੁਰਾਣੀਆਂ ਗੱਲਾਂ ਰਿਪੀਟ ਕੀਤੀਆਂ। ਇਹਦਾ ਗੀਤ ਹਿੱਟ ਹੋ ਗਿਆ ਕੰਟਰੋਵਰਸੀ ਕਰਕੇ, ਪਰ ਗੁਰਦਾਸ ਮਾਨ ਜੀ ਨੂੰ ਕੋਈ ਜਾਤੀ ਤੌਰ ਤੇ ਇਸ ਗੀਤ ਨਾਲ ਫਾਇਦਾ ਹੋਊਗਾ ਮੈਨੂੰ ਨਹੀਂ ਲੱਗਦਾ। ਸਗੋਂ ਲੋਕੀ ਇਸ ਗੱਲ ਤੇ ਪੱਕੇ ਹੋ ਗਏ ਕਿ ਦੇਖੋ ਅਸੀਂ ਉਸ ਵੇਲੇ ਜੋ ਗੱਲ ਕਹੀ ਸੀ, ਅਸੀਂ ਉਦੋਂ ਵੀ ਸਹੀ ਸੀ, ਅੱਜ ਵੀ ਸਹੀ ਹਾਂ। ਔਰ ਕਿਉਂਕਿ ਇਹਦੇ ਵਿੱਚ ਕੋਈ ਵੀ ਇਹੋ ਜਿਹੀ ਦਲੀਲ ਨਹੀਂ ਹੈਗੀ ਜਿਹੜੀ ਕਾਟ ਕਰਦੀ ਹੋਵੇ, ਜਿਹੜੀ ਅਪੀਲ ਕਰਦੀ ਹੋਵੇ। ਬਸ ਇਹ ਵੀ ਗੀਤ ਬਹੁਤ ਪਿਆਰਾ ਗੀਤ ਹੈ, ਔਰ ਮੈਂ ਉਸ ਨੂੰ ਘੱਟੋ ਘੱਟ 5-4 ਵਾਰੀ ਸੁਣਿਆ ਕੱਲ, ਔਰ ਗੀਤ ਉਹ ਅਪੀਲ ਕਰਦਾ। ਇੱਕ ਪ੍ਰੋਫੈਸਰ ਜਗਮੋਹਨ ਵਾਲੀ ਕੰਟਰੋਵਰਸੀ ਵਿੱਚ ਹੈਗੀ, ਉਹ ਤੁਸੀਂ ਮੈਨੂੰ ਦੱਸ ਸਕੋਗੇ ਚੰਗੀ ਤਰ੍ਹਾਂ, ਕਿਉਂਕਿ ਮੈਂ ਕੋਸ਼ਿਸ਼ ਕੀਤੀ ਕਿ ਉਹਦੇ ਬਾਰੇ ਜਾਣ ਸਕਾਂ, ਉਹ ਮੈਨੂੰ ਮਿਲਿਆ ਨਹੀਂ ਕਿਤੇ। ਬਹੁਤ ਬਾਰੇ ਪੜ੍ਹੇ ਲਿਖੇ ਲੋਕਾਂ ਨੇ ਵਿਰੋਧ ਕੀਤਾ ਹੋਣਾ ਉਸ ਵੇਲੇ। ਉਹਨਾਂ ਨੇ ਇੱਕ ਪ੍ਰੋਫੈਸਰ ਜਗਰੂਪ ਦਾ ਕਰੈਕਟਰ ਕ੍ਰੀਏਟ ਕਰ ਲਿਆ, ਜਾਂ ਉਹ ਇਹ ਕਹਿਣਾ ਚਾਹੁੰਦੇ ਹੈਗੇ ਕਿ ਪ੍ਰੋਫੈਸਰ ਵੀ ਗਾਲਾਂ ਕੱਢਦੇ ਆ। ਠੀਕ ਹੈ, ਹਾਂ, ਤੇ ਵੀ ਜੇ ਪ੍ਰੋਫੈਸਰ ਵੀ ਗਾਲਾਂ ਕੱਢਦੇ ਤੇ ਮੈਂ ਕੱਢਤੀ ਤੇ ਕੀ ਕੱਢਤੀ? ਨਹੀਂ, ਉਹ ਇਹ ਵੀ ਦਲੀਲ ਬਹੁਤ ਵੱਡੀ ਨਹੀਂ। ਪਹਿਲੀ ਗੱਲ ਤਾਂ ਇਹ ਕਿ ਸੜਕ ਦੇ ਉੱਪਰ ਇੱਕ ਗੁੰਡਾ ਵਿੱਚ ਆ ਕੇ ਮੇਰੇ ਵਿੱਚ ਵੱਜਦਾ ਹੈ, ਮੈਂ ਲੜ ਪੈਣਾ, ਮੇਰੀ ਧੌਣ ਤੇ ਹੱਥ ਪਾ ਲੈਂਦਾ, ਲੜਾਈ ਹੋ ਗਈ। ਲੜਾਈ ਦੇ ਵਿੱਚ ਰੋਡ ਰੇਜ ਦੇ ਵਿੱਚ ਗਾਲਾਂ ਨਿਕਲਦੀਆਂ ਨੇ, ਠੀਕ ਹੈ। ਔਰ ਗਾਲ ਦਾ ਇੱਕ ਵੱਖਰਾ ਸਾਈਕੋਲੋਜੀਕਲ ਆਪਣਾ ਮਤਲਬ ਕਿ ਗਾਲ ਦਾ ਇੱਕ ਵੱਖਰਾ ਪੋਲਿਟਿਕਸ ਹੈ। ਗਾਲ ਨਿਕਲਦੀ ਹੈ, ਹਮੇਸ਼ਾ ਗਾਲ ਗਲਤ ਨਹੀਂ ਹੁੰਦੀ। ਜਦੋਂ ਗਾਲ ਨਿਕਲਦੀ ਹੈ, ਕਈ ਵਾਰੀ ਗਾਲ ਜਿਹੜੀ ਹੈ ਇਹ ਆਪਣੇ ਆਪ ਨੂੰ ਜੋਸ਼ ਦਿਵਾਉਣ ਲਈ ਕੱਢੀ ਜਾਂਦੀ ਹੈ। ਇਹ ਕਈ ਵਾਰੀ ਲਲਕਾਰੇ ਦੇ ਰੂਪ 'ਚ ਕੰਮ ਕਰਦੀ ਹੈ, ਕਈ ਵਾਰੀ ਇਹ ਇੱਕ ਤਰੀਕੇ ਨਾਲ ਰੌਦਰ ਭਾਵ ਜਗਾਉਣ ਦੇ ਲਈ ਕੰਮ ਕਰਦੀ ਹੈ। ਗਾਲ ਦਾ ਉੱਪਰ ਬਹੁਤ ਸਾਰੀ ਸਟੱਡੀ ਹੋ ਚੁੱਕੀ ਹੈ। ਲੇਕਿਨ ਫਰਕ ਪੈਂਦਾ ਕਿ ਗਾਲ ਤੁਸੀਂ ਕਿਸ ਪਲੇਟਫਾਰਮ ਤੇ ਕੱਢਦੇ ਹੋ। ਲੜਾਈ ਵਿੱਚ ਗਾਲ ਨਿਕਲ ਜਾਣਾ ਹੋਰ ਗੱਲ ਹੈ। ਸਟੇਜ ਤੇ ਖੜ ਕੇ ਗੁਰਦਾਸ ਮਾਨ ਵਰਗੀ ਸ਼ਖਸੀਅਤ ਦਾ ਗਾਲ ਕੱਢਣਾ, ਮੈਂ ਕਹਿੰਦਾ ਨਿਕਲ ਗਈ, ਉੱਥੇ ਵੀ ਕੋਈ ਪ੍ਰੋਬਲਮ ਨਹੀਂ। ਜੇ ਗੁਰਦਾਸ ਮਾਨ ਕੋਲੋਂ ਸਟੇਜ ਦੇ ਉੱਪਰ ਉਹ ਗੱਲ ਕਹੀ ਗਈ ਸੀ, ਉਹ ਬਹੁਤ ਵੱਡੀ ਗੱਲ ਨਹੀਂ ਸੀਗੀ। ਉਸ ਗੱਲ ਦੇ ਉੱਪਰ ਹੱਸ ਕੇ ਛੱਡ ਸਕਦੇ ਹੋ। ਮੈਂ ਦੇਖਿਆ ਪਿੱਛੋਂ, ਜੇ ਮੈਂ ਇੱਕ ਸ਼ੋਅ ਦੇਖ ਰਿਹਾ ਸੀ ਅਮਰੀਕਾ ਦਾ, ਉੱਥੇ ਪੰਜਾਬੀ ਮੁੰਡੇ ਕੁੜੀਆਂ ਦਾ ਸ਼ੋਅ ਹੈ, ਸ਼ਾਇਦ ਜੈਸਮੀਨ ਸੈਂਟਰਲ ਸਟੇਜ ਦੇ ਉੱਪਰ, ਜਾਂ ਕੋਈ ਪੰਜਾਬੀ ਦਾ ਇੱਕ ਹੋਰ ਸਿੰਗਰ ਹੈ, ਤੇ ਉੱਤੋਂ ਵੀ ਉੱਥੇ ਵੀ ਬਹੁਤ ਥੱਲੋਂ ਵੀ ਗਾਲਾਂ ਗੂਲਾਂ ਨਿਕਲ ਜਾਂਦੀਆਂ। ਲੋਕ ਮਜ਼ਾਕ 'ਚ ਇਹਨੂੰ ਇੰਜੋਏ ਕਰ ਰਹੇ ਆ। ਮੈਂ ਕਹਿੰਦਾ ਕਿ ਜੇ ਨਿਕਲ ਗਈ ਸੀ, ਗੁਰਦਾਸ ਮਾਨ ਸਾਹਿਬ ਹੱਸ ਕੇ ਦੋ ਚੁਟਕਲੇ ਸੁਣਾਉਂਦੇ, ਗੱਲ ਆਈ ਗਈ ਹੋ ਜਾਂਦੀ, ਮਾਫੀ ਮੰਗ ਲੈਂਦੇ, ਯਾਰ ਸੌਰੀ ਨਿਕਲ ਗਈ। ਇੱਕ ਪਾਲੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਲੋਕਾਂ ਦੇ ਮਾਪਦੰਡ ਵੱਖਰੇ ਹੋ ਗਏ? ਆਪਣੀ ਜੇ ਉਹਨਾਂ ਨੂੰ ਬੰਦਾ ਭਾਉਂਦਾ ਤਾਂ ਉਹਦੇ ਲਈ ਮਾਪਦੰਡ ਵੱਖਰੇ ਨੇ, ਜੇ ਬੰਦਾ ਨਹੀਂ ਪਾਉਂਦਾ ਉਹਦੇ ਲਈ ਮਾਪਦੰਡ ਵੱਖਰੇ ਨਹੀਂ, ਫਰਕ ਪੈਂਦਾ ਗਾਲ ਕੌਣ ਕੱਢ ਰਿਹਾ। ਸਤਿੰਦਰ ਸਰਤਾਜ ਸਟੇਜ ਤੋਂ ਗਾਲ ਕੱਢੂਗਾ, ਰੌਲਾ ਪਊਗਾ। ਸਿੱਧੂ ਮੂਸੇਵਾਲਾ ਕੱਢਦਾ, ਸ਼ਾਇਦ ਕੋਈ ਕਰਮ ਔਜਲਾ ਕੱਢੇ, ਲੋਕੀ ਜਾਂ ਭੈਣਾਂ ਤਾਂ ਉਸੇ ਮੌਕੇ ਬੈਠੀਆਂ ਨੇ ਨਾ, ਫਿਰ ਉਹੀ ਚੀਜ਼ ਦਾ ਤੁਸੀਂ ਆਧਾਰ ਬਣਾਉਂਦੇ ਹੋ। ਉਹਦੇ ਵਿੱਚ ਫਰਕ ਹੈ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇਨਸੀਡੈਂਟ ਸੁਣਾਉਣਾ ਕਿ ਸਾਡੇ ਕੁਲਜਿੰਦਰ ਸਿੱਧੂ ਮਿੱਤਰ ਨੇ, ਬਹੁਤ ਵਧੀਆ ਮੇਰੇ ਨਾਲ ਫਿਲਮ 'ਚ ਆ ਰਹੇ ਨੇ ਗੁਰਮੁਖ ਦੇ ਵਿੱਚ। ਕੁਲਜਿੰਦਰ ਸਿੱਧੂ ਦੀ ਪਹਿਲੀ ਫਿਲਮ ਸਾਡਾ ਹੱਕ ਬਹੁਤ ਹਿੱਟ ਗਈ, ਤੁਹਾਨੂੰ ਯਾਦ ਹੈ, ਉਹਦੀ ਫਿਲਮ ਬਹੁਤ ਹਿੱਟ ਗਈ। ਉਹਨਾਂ ਦੀ ਦੂਜੀ ਫਿਲਮ ਆਈ ਯੋਧਾ, ਤੇ ਮੈਨੂੰ ਕਿਸੇ ਫੈਮਿਲੀ ਦਾ ਫੋਨ ਆਇਆ ਜਦੋਂ ਯੋਧਾ ਫਿਲਮ ਰਿਲੀਜ਼ ਹੋਈ। ਕਹਿੰਦੇ ਭਾਜੀ ਤੁਸੀਂ ਆਰਟਿਸਟ ਹੋ, ਤੁਹਾਡੇ ਕੋਲ ਕੁਲਜਿੰਦਰ ਸਿੱਧੂ ਦਾ ਫੋਨ ਹੈਗਾ? ਮੈਂ ਕਿਹਾ ਭਾਜੀ ਹਾਂਜੀ ਕੁਲਜਿੰਦਰ ਸਿੱਧੂ ਸਾਹਿਬ ਦਾ ਫੋਨ ਹੈਗਾ, ਕੀ ਲੋੜ ਪੈ ਗਈ? ਕਹਿੰਦੇ ਭਾਜੀ ਉਹਨਾਂ ਨੂੰ ਗਾਲਾਂ ਕੱਢਣੀਆਂ। ਮੈਂ ਕਹਿੰਦੀ ਫੇਰ ਨਹੀਂ ਮੈਂ ਦੇ ਸਕਦਾ, ਤੁਸੀਂ ਗਾਲਾਂ ਕਿਉਂ ਕੱਢਣੀਆਂ? ਕਹਿੰਦੇ ਭਾਜੀ ਅਸੀਂ ਕੁਲਜਿੰਦਰ ਸਿੱਧੂ ਦੇ ਬਹੁਤ ਵੱਡੇ ਫੈਨ ਸੀ, ਉਹਨਾਂ ਦੀ ਫਿਲਮ ਆਈ ਸਾਡਾ ਹੱਕ, ਅਸੀਂ ਦੇਖੀ, ਸਾਨੂੰ ਲੱਗਿਆ ਇਹ ਉਹੋ ਜਿਹੀ ਫਿਲਮ ਹੋਊਗੀ। ਮੈਂ ਆਪਣੇ ਪਰਿਵਾਰ ਦੇ 14 ਜੀ ਲੈ ਕੇ ਫਿਲਮ ਦੇਖਣ ਗਿਆ, ਜਿਹਦੇ ਵਿੱਚੋਂ ਘੱਟੋ ਘੱਟ 8 ਤਾਂ ਔਰਤਾਂ ਸੀਗੀਆਂ, ਤੇ ਉਸ ਫਿਲਮ 'ਚ ਐਡਾ ਗੰਦਾ ਗਾਣਾ ਪਾਇਆ, ਮੈਂ ਕੁਲਜਿੰਦਰ ਸਿੱਧੂ ਨੂੰ ਛੱਡਣਾ ਨਹੀਂ। ਹੁਣ ਸੁਣੋ, ਪ੍ਰੋਬਲਮ ਆ ਜਾਂਦੀ ਹੈ ਇਮੇਜ ਦੀ। ਜਦੋਂ ਮੈਂ ਇੱਕ ਮੁੰਡੇ ਖੁੰਡੇ ਦਾ ਸ਼ੋਅ ਦੇਖਣ ਗਿਆ ਸਟੇਜ ਤੇ, ਮੈਂ ਤਿਆਰ ਆ ਵੀ ਇੱਥੇ ਖੱਪ ਵੀ ਪਊਗੀ, ਗਾਲਾਂ ਵੀ ਹੋਣਗੀਆਂ, ਇੱਥੇ ਬੀਰਾਂ ਵੀ ਚੱਲਣਗੀਆਂ, ਮੈਂ ਮੈਂਟਲੀ ਪ੍ਰੀਪੇਅਰ ਹੋ ਕੇ ਗਿਆ। ਹੁਣ ਸਟੇਜ ਤੇ ਗੁਰਦਾਸ ਮਾਨ ਦਾ ਸ਼ੋਅ ਹੈ, ਸਤਿੰਦਰ ਸਰਤਾਜ ਦਾ ਸ਼ੋਅ ਹੈ, ਮੈਂ ਮੈਂਟਲੀ ਪ੍ਰੀਪੇਅਰ ਹੋ ਕੇ ਗਿਆ। ਉੱਥੇ ਬਹੁਤ ਜੈਂਟਲ ਗੱਲਾਂ ਹੋਣਗੀਆਂ, ਉੱਥੇ ਕੋਈ ਫालतू ਗੱਲ ਨਹੀਂ ਹੋਊਗੀ, ਮੈਂ ਮੈਂਟਲੀ ਉਸ ਤਰੀਕੇ ਨਾਲ ਤਿਆਰ ਹੋ ਕੇ ਗਿਆ। ਉੱਥੇ ਸਟੇਜ ਤੇ ਇਹੋ ਜਿਹੀ ਕੋਈ ਗੱਲ ਵਾਪਰਦੀ ਹੈ, ਉਹ ਚੁੱਭਦੀ ਹੈ। ਇੱਕ ਟੀਚਰ ਕੋਲੇ ਤੁਸੀਂ ਇੱਕ ਮੁੰਡੇ ਨਾਲ ਲੜਨ ਗਏ ਹੋ, ਉੱਥੇ ਤੁਸੀਂ ਤਿਆਰ ਹੋ ਵੀ ਗਾਲਾਂ ਪੈਣਗੀਆਂ। ਵਕੀਲ ਕੋਲੇ ਗਏ ਹੋ, ਤੁਹਾਨੂੰ ਪਤਾ ਵੀ ਬਹੁਤ ਕਤਲ ਗੱਲਾਂ ਹੋਣਗੀਆਂ। ਇੱਕ ਪ੍ਰੋਫੈਸਰ ਕੋਲੇ ਮਿਲਣ ਗਏ ਹੋ, ਤੁਸੀਂ ਮੈਂਟਲੀ ਪ੍ਰੀਪੇਅਰ ਹੋ ਕਿ ਸੱਭਿਅਕ ਭਾਸ਼ਾ ਵਿੱਚ ਸੱਭਿਅਕ ਗੱਲਾਂ ਹੋਣਗੀਆਂ, ਉੱਥੇ ਤੁਸੀਂ ਗਾਲ ਐਕਸਪੈਕਟ ਨਹੀਂ ਕਰਦੇ। ਤਾਂ ਇਹ ਗੁਰਦਾਸ ਮਾਨ ਜੀ ਨਾਲ ਇਹੀ ਹੋਇਆ ਕਿ ਲੋਕ ਗੁਰਦਾਸ ਮਾਨ ਤੋਂ ਗਾਲ ਐਕਸਪੈਕਟ ਨਹੀਂ ਕਰਦੇ। ਪ੍ਰੋਬਲਮ ਨਿਕਲ ਗਈ ਉਦੋਂ। ਦੇਖੋ, ਗੁਰਦਾਸ ਮਾਨ ਕੋਲੋਂ ਲੋਕ ਗਾਲ ਐਕਸਪੈਕਟ ਨਹੀਂ ਕਰਦੇ। ਪ੍ਰੋਬਲਮ ਇਹ ਹੈ, ਗੁਰਦਾਸ ਮਾਨ ਦੀ ਪਰਸਨੈਲਿਟੀ ਐਡੀ ਵੱਡੀ ਹੈ ਕਿ ਲੋਕ ਗੁਰਦਾਸ ਮਾਨ ਕੋਲੋਂ ਗਾਲ ਐਕਸਪੈਕਟ ਨਹੀਂ ਕਰਦੇ। ਹਾਂ, ਮੁੰਡੇ ਖੁੰਡੇ ਕੋਲੋਂ, ਜੇ ਮੁੰਡੇ ਖੁੰਡਿਆਂ ਦੇ ਸ਼ੋਆਂ 'ਚ ਗਾਲਾਂ ਨਿਕਲ ਜਾਂਦੀਆਂ ਨੇ, ਉਸ ਲੋਕੀ ਮਾਈਂਡ ਹੀ ਨਹੀਂ ਕਰਦੇ। ਜੇ ਪੰਜਾਬ ਦਾ ਆਪਾਂ ਕੋਈ ਪੰਜਾਬੀ ਤੇ ਕਿਸੇ ਸਾਊਥ ਦਾ ਆਪਾਂ ਬੰਦਾ, ਕਰਨਾਟਕ ਦਾ ਲਾ ਦਿਓ ਕੰਨੜ ਬੋਲਦੇ ਨੇ, ਤਮਿਲ ਦਾ ਲਾ ਦਿਓ ਤਮਿਲਨਾਡੂ ਦਾ ਤਮਿਲ ਬੋਲਦੇ ਨੇ, ਇਹਨਾਂ ਦੋਵਾਂ ਨੂੰ ਆਪਾਂ ਸਾਹਮਣੇ ਬਿਠਾ ਦਈਏ, ਇਹ ਗੱਲ ਕਿਵੇਂ ਕਰਨਗੇ? ਅੰਗਰੇਜ਼ੀ ਦੇ ਵਿੱਚ ਜਦੋਂ ਲੋੜ ਹੋਊਗੀ ਸਭ ਕਰ ਲੈਂਦੇ ਨੇ। ਪਹਿਲੀ ਵਾਰੀ ਜਦੋਂ ਮੈਂ ਕੈਨੇਡਾ ਗਿਆ, ਮੈਨੂੰ ਕੱਖ ਨਹੀਂ ਸੀ ਆਉਂਦਾ, ਤੇ ਮੈਂ ਉੱਥੇ ਜਾ ਕੇ ਇੱਕ ਸ਼ੋਅ ਡਾਇਰੈਕਟ ਕਰਨਾ ਸੀ, ਔਰ ਮੈਨੂੰ ਉਹਨਾਂ ਨੇ ਗੋਰਾ ਹਾਇਰ ਕਰਕੇ ਦਿੱਤਾ ਜਿਹਨੇ ਲਾਈਟਿੰਗ ਕਰਨੀ ਸੀਗੀ।
ਠੀਕ ਹੈ, ਮੈਨੂੰ ਤਾਂ ਅੰਗਰੇਜ਼ੀ ਆਉਂਦੀ ਨਹੀਂ ਤੇ ਮੈਂ ਉਸ ਗੋਰੇ ਨੂੰ ਟੈਕਨੀਕਲ ਚੀਜ਼ਾਂ ਸਮਝਾਉਣੀਆਂ ਸੀ ਵੀ ਤੂੰ ਲਾਈਟਿੰਗ ਕਿਵੇਂ ਸੈੱਟ ਕਰੇਗਾ। ਤੇ ਮੈਂ ਉੱਥੇ ਉਸੇ 6-7 ਸ਼ੋਅ ਕੀਤੇ ਤੇ ਮੈਂ ਵਧੀਆ ਸਕਸੈਸਫੁਲੀ ਕੀਤੇ ਔਰ ਗੋਰੇ ਨੇ ਕਮਾਲ ਦੀ ਲਾਈਟਿੰਗ ਕੀਤੀ ਔਰ ਜਿਵੇਂ ਮੈਂ ਚਾਹੁੰਦਾ ਸੀ ਉਵੇਂ ਕੀਤੀ। ਠੀਕ ਹੈ, ਇੰਨੀ ਕੁ ਦੂਜੇ ਪਾਸੇ ਤੁਸੀਂ ਜਾਂਦੇ ਹੋ 4 ਦਿਨਾਂ 'ਚ ਓਡੀ ਕੁ ਜਿੰਨੀ ਕੁ ਰੋਟੀ ਖਾਣ ਲਈ ਤੁਹਾਨੂੰ ਚਾਹੀਦੀ ਹੁੰਦੀ ਹੈਗੀ ਉਹ 4 ਦਿਨਾਂ 'ਚ ਸਿੱਖ ਜਾਂਦੇ ਹੋ। ਮੈਂ ਫੇਰ ਕਹਿੰਦਾ ਇਹਨੂੰ ਵੀ ਛੱਡੋ, ਜੇ ਤੁਹਾਨੂੰ ਆਮ ਹਾਲਾਤ ਹੈਗੇ ਨਾ ਜ਼ਿੰਦਗੀ 'ਚ ਤੁਹਾਨੂੰ ਸਿੱਖਣੀ ਪਵੇ ਤੁਸੀਂ ਹਿੰਦੀ ਸਿੱਖ ਲਓ। ਜਦੋਂ ਮੈਂ ਇੰਗਲੈਂਡ ਜਾਣਾ ਕੋਈ ਨਹੀਂ ਮੈਂ ਅੰਗਰੇਜ਼ੀ ਸਿੱਖ ਲੂੰਗਾ, ਮੈਂ ਫਰਾਂਸ ਜਾਣਾ ਫਰੈਂਚ ਸਿੱਖ ਕੇ ਜਾਵਾਂ, ਚੰਗੀ ਗੱਲ ਹੈ, ਲੇਕਿਨ ਇਹ ਮੇਰੀ ਲੋੜ ਹੈ। ਠੀਕ ਹੈ, ਇਹ ਮੇਰੇ ਸੌਖੇ ਹੋਣ ਦਾ ਮਾਮਲਾ ਹੈ। ਜੇ ਮੈਨੂੰ ਤੁਸੀਂ ਕਹੋਗੇ ਕਿ ਤੂੰ ਹੁਣ ਤੇਰੇ ਸਿਰ ਤੇ ਧਰੀ ਆ ਗਨ ਤੇ ਤੂੰ ਸਿੱਖ ਹਿੰਦੀ, ਫਿਰ ਮੈਂ ਕਹੂੰਗਾ ਤੂੰ ਮੈਨੂੰ ਗੋਲੀ ਮਾਰ ਦੇ। ਮੈਂ ਜੀ ਬੈਂਗਲੌਰ ਗਿਆ ਸੀਗਾ, ਮੇਰਾ ਭਰਾ ਉੱਥੇ ਰਹਿੰਦਾ ਹੈ ਤੇ ਮੈਨੂੰ ਅੰਗਰੇਜ਼ੀ ਇੰਨੀ ਆਉਂਦੀ ਨਹੀਂ ਗੀ। ਉੱਥੇ ਜਾ ਕੇ ਮੈਂ ਹਿੰਦੀ 'ਚ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀ ਪਰ ਅੱਗੇ ਉਹ ਜਵਾਬ ਨਹੀਂ ਸੀ ਦਿੰਦੇ। ਵੀ ਉਹੀ ਤਾਂ ਗੱਲ ਹੈ, ਹੁਣ ਜੇ ਬੰਦਾ ਜਾਵੇ ਇੱਕ ਮਨ ਦੇ ਵਿੱਚ ਹੋਣੀ ਚਾਹੀਦੀ ਹੈ ਮਾਂ ਬੋਲੀ। ਲੱਗਦਾ ਨਹੀਂ ਤੁਹਾਨੂੰ ਕਿ ਠੀਕ ਆ, ਮੈਂ ਵੀ ਇੱਜ਼ਤ ਕਰਦਾ ਜੀ, ਬਹੁਤ ਮਾਂ ਬੋਲੀ ਦੀ ਇੱਜ਼ਤ ਕਰਦਾ। ਮੈਂ ਅੱਜ ਤੱਕ ਕਦੇ ਅੰਗਰੇਜ਼ੀ ਕਿਤਾਬ ਨਹੀਂ ਪੜ੍ਹੀ ਕਿਉਂਕਿ ਮੇਰੇ ਪੱਲੇ ਨਹੀਂ ਪੈਂਦੀ, ਮੈਂ ਜਿੰਨਾ ਪੰਜਾਬੀ 'ਚ ਕੰਫਰਟੇਬਲ ਕਰਦਾ ਹੈਗਾ। ਲੱਗਦਾ ਨਹੀਂ ਕਿ ਥੋੜ੍ਹੀ ਤਾਂ ਫਲੈਕਸੀਬਿਲਿਟੀ ਤਾਂ ਹੋਣੀ ਚਾਹੀਦੀ ਆ। ਮੈਂ ਫੇਰ ਕਹਿ ਰਿਹਾ ਫਿਰ ਮੈਂ ਕਹਿੰਦਾ ਕਿ ਮੈਂ ਖਿਲਾਫ ਨਹੀਂ ਆ ਕਿ ਬੰਦੇ ਨੂੰ ਜਿਹੜੀ ਸਟੇਟ 'ਚ ਜਾਣਾ ਉੱਥੋਂ ਦੀ ਭਾਸ਼ਾ ਭਾਵੇਂ ਹਿੰਦੀ ਕਿਉਂ, ਮੈਂ ਕਹਿੰਦਾ ਜੇ ਮੈਂ ਬੰਗਾਲ ਜਾਣਾ ਮੈਂ ਬੰਗਾਲੀ ਸਿੱਖ ਕੇ ਜਾਵਾਂ। ਠੀਕ ਹੈ, ਦੂਜੀ ਭਾਸ਼ਾ ਤੋਂ ਚਿੜ ਥੋੜੀ ਹੈ ਸਾਨੂੰ ਦੂਜੀਆਂ ਭਾਸ਼ਾਵਾਂ ਸਿੱਖਣ ਤੋਂ ਪੰਜਾਬੀਆਂ ਨੂੰ ਤਾਂ ਕਦੇ ਵੀ ਚਿੜ ਨਹੀਂ ਹੋਈ। ਐਵੇਂ ਨਾਲ ਧੱਕੇ ਨਾਲ ਕੌਣ ਥੋਪ ਦੂਗਾ ਪਾਲੀ ਜੀ, ਇਹ ਦੱਸੋ। ਹੁਣ ਤੁਸੀਂ ਅਸਲੀ ਸਵਾਲ ਤੇ ਆਏ ਹੋ। ਇਹ ਤੁਹਾਨੂੰ ਪੁੱਛ ਰਿਹਾ ਕਿ ਧੱਕੇ ਨਾਲ ਕੌਣ ਥੋਪ, ਜੇ ਗੁਰਦਾਸ ਮਾਨ ਦਾ ਬਿਆਨ ਉੱਥੇ ਇਹ ਸੀਗਾ ਕਿ ਯਾਰ ਚਲੋ ਹਿੰਦੀ ਤਾਂ ਇੱਕ ਮਿਊਚੁਅਲ ਭਾਸ਼ਾ ਹੋ ਗਈ ਨਾ ਸਾਡੀ। ਤੁਸੀਂ ਸਹੀ ਥਾਂ ਤੇ ਪਹੁੰਚ ਗਏ ਹੋ, ਉਸ ਵੇਲੇ ਧੱਕਾ ਹੀ ਸੀਗਾ। ਅਮਿਤ ਸ਼ਾਹ ਦਾ ਬਿਆਨ ਯਾਦ ਕਰੋ, ਇੱਕ ਰਾਸ਼ਟਰ ਇੱਕ ਬੋਲੀ। ਪਰ ਆਪਾਂ ਨੂੰ ਮੰਨਿਆ ਥੋੜਾ ਨਾ, ਫਿਰ ਆਪਾਂ ਵਿਰੋਧ ਵੀ ਕੀਤਾ ਨਾ। ਫਿਰ ਇਹੀ ਤਾਂ ਪ੍ਰੋਬਲਮ ਸੀਗਾ ਕਿ ਅਸੀਂ ਮੰਨਣਾ ਨਹੀਂ ਸੀ। ਗੁਰਦਾਸ ਮਾਨ ਜੀ ਕਹਿ ਰਹੇ ਸੀ ਮੰਨ ਲਓ। ਗੁਰਦਾਸ ਮਾਨ ਤਾਂ ਇਹ ਕਹਿ ਰਹੇ ਸੀ ਕਿ ਯਾਰ ਇੱਕ ਮਿਊਚੁਅਲ ਭਾਸ਼ਾ ਹੈਗੀ ਆ। ਨਹੀਂ ਤੁਸੀਂ ਉਹਨਾਂ ਦੇ ਸਾਰੇ ਬਿਆਨ ਕੱਢ ਕੇ ਸੁਣੋ। ਸੁਣੋ, ਇੱਕ ਕੀ ਹੁੰਦਾ ਕਿ ਪ੍ਰੋਬਲਮ ਇਹ ਹੁੰਦੀ ਹੈ ਕਿ ਅਜ਼ੰਪਸ਼ਨ, ਤੁਸੀਂ ਮੇਰੇ ਦੋਸਤ ਹੋ, ਆਪਾਂ ਰਲ ਕੇ ਲੜਨ ਗਏ ਹੋ, ਤੁਸੀਂ ਉੱਥੇ ਜਾ ਕੇ ਕਹਿ ਦਿੰਦੇ ਹੋ ਨਹੀਂ ਯਾਰ ਇਹ ਬੰਦਾ ਵੀ ਸਹੀ ਹੈ, ਅਚਾਨਕ ਮੈਨੂੰ ਸੱਟ ਵੱਜਦੀ ਹੈ, ਯਾਰ ਇਹ ਆਇਆ ਤਾਂ ਮੇਰੀ ਵਾਰ ਤੇ ਸੀ, ਗੱਲ ਉਹਨਾਂ ਦੀ ਕਰੀ ਜਾਂਦਾ, ਅਚਾਨਕ ਮੈਂ ਸ਼ੱਕੀ ਹੋ ਜਾਂਦਾ ਕਿਤੇ ਯਾਰ ਇਹ ਮੇਰੇ ਨਾਲ ਧੋਖਾ ਤਾਂ ਨਹੀਂ ਕਰੂਗਾ, ਕਿਤੇ ਇੱਧਰ ਤਾਂ ਨਹੀਂ ਰਲਿਆ ਹੋਇਆ। ਉਸ ਵੇਲੇ ਹਾਲਾਤ ਏਡੇ ਮਾੜੇ ਸੀ, ਅਸੀਂ ਹਰ ਇੱਕ ਬੰਦੇ ਤੇ ਸ਼ੱਕ ਕਰ ਰਹੇ ਸੀ। ਮੈਂ ਫਿਰ ਕਹਿੰਦਾ ਗੁਰਦਾਸ ਮਾਨ ਨੇ ਆਮ ਹਾਲਾਤਾਂ ਵਿੱਚ ਇਹ ਗੱਲ ਕਹੀ ਹੁੰਦੀ ਸ਼ਾਇਦ ਕਦੇ ਰੌਲਾ ਨਾ ਪੈਂਦਾ। ਮੈਂ ਰੋਜ਼ ਆਪਣੇ ਕਲਾਸਾਂ 'ਚ ਬੱਚਿਆਂ ਨੂੰ ਕਹਿੰਦਾ ਯਾਰ ਕੀ ਤੁਸੀਂ ਪੰਜਾਬੀ ਚਿੰਬੜੇ ਰਹਿੰਦੇ ਨਾਲ ਅੰਗਰੇਜ਼ੀ ਲਿਟਰੇਚਰ ਪੜ੍ਹੋ, ਤੁਸੀਂ ਹੋਰ ਲਿਟਰੇਚਰ ਪੜ੍ਹੋ। ਮੈਂ ਵੀ ਆਪਣੇ ਬੱਚਿਆਂ ਨੂੰ ਕਹਿੰਦਾ ਤੁਸੀਂ 2 ਭਾਸ਼ਾਵਾਂ ਹੋਰ ਸਿੱਖੋ, ਚੰਗੀਆਂ ਪੜ੍ਹੋ। ਮੈਂ ਵੀ ਇਹ ਸੁਣਿਆ ਕਿ ਜਿਨ੍ਹਾਂ ਨੂੰ 3 ਤੋਂ ਜ਼ਿਆਦਾ ਭਾਸ਼ਾਵਾਂ ਆਉਂਦੀਆਂ ਹੁੰਦੇ ਨੇ ਉਹ ਬੁੱਧੀਜੀਵੀ ਹੁੰਦੇ। ਮੈਂ ਕਹਿੰਦਾ ਕਿ ਸਿੱਖੋ, ਤੁਸੀਂ ਪੜ੍ਹੋ, ਤੁਸੀਂ ਕਿਉਂ ਅਸੀਂ ਮੈਂ ਬਾਹਰ ਜਾਂਦਾ, ਪੰਜਾਬ ਸਟੇਟ ਤੋਂ ਬਾਹਰ ਜਾ ਕੇ ਲੈਕਚਰ ਦਿੰਦਾ, ਮੈਨੂੰ ਪਤਾ ਉੱਥੇ ਲੋਕਾਂ ਨੂੰ ਪੰਜਾਬੀ ਨਹੀਂ ਆਉਂਦੀ। ਉੱਥੇ ਮੈਂ ਕਈ ਵਾਰੀ ਹਿੰਦੀ ਬੋਲਦਾ, ਕਈ ਵਾਰੀ ਟੁੱਟੀ ਫੁੱਟੀ ਅੰਗਰੇਜ਼ੀ ਬੋਲਦਾ। ਠੀਕ ਹੈ, ਲੇਕਿਨ ਉੱਥੇ ਕਿਉਂਕਿ ਮੈਨੂੰ ਪਤਾ ਕਿ ਮੈਂ ਆਪਣੀ ਗੱਲ ਉੱਥੇ ਕਹਿਣੀ ਹੈ, ਉੱਥੇ ਮੇਰੇ ਲਈ ਭਾਸ਼ਾ ਮੈਟਰ ਨਹੀਂ ਕਰਦੀ। ਮੈਂ ਫਿਰ ਕਹਿੰਦਾ ਜਦੋਂ ਸਾਜ਼ਿਸ਼ ਹੁੰਦੀ ਹੈ ਉਦੋਂ ਭਾਸ਼ਾ ਦਾ ਸਵਾਲ ਵੱਡਾ ਹੈ। ਉਸ ਵੇਲੇ ਗੁਰਦਾਸ ਮਾਨ ਜੀ ਸਮਝ ਨਹੀਂ ਪਾਏ ਕਿ ਭਾਸ਼ਾ ਦੇ ਖਿਲਾਫ ਸਾਜ਼ਿਸ਼ ਹੋ ਰਹੀ ਸੀ ਤੇ ਅਨਫੋਰਚੂਨੇਟਲੀ ਇਹ 2 ਇਨਸੀਡੈਂਟ ਜੁੜ ਗਏ। ਬਸ ਉਹ ਇੱਦਾਂ ਕਰੌਲਾ, ਹੋਰ ਕੋਈ ਰੌਲਾ ਨਹੀਂ ਹੈਗਾ। ਕੋਈ ਗੁਰਦਾਸ ਮਾਨ ਜੀ ਸਾਡੇ ਲਈ ਬੇਗਾਨੇ ਉਦੋਂ ਨਹੀਂ ਸੀਗੇ, ਅੱਜ ਵੀ ਬੇਗਾਨੇ ਨਹੀਂ ਹੈਗੇ। ਬੋਲੀ ਦੇ ਹੁਣ ਸਗੋਂ ਲੱਗਦਾ ਹੈ ਉਹ ਕਹਿ ਰਹੇ ਨੇ ਕਿ ਅੱਜ ਵੀ ਮੈਂ ਉਸੇ ਗੱਲ ਤੇ ਖੜਾ ਨਹੀਂ। ਇਹ ਜਿੱਦ ਹੈ, ਇਹ ਬੱਚਿਆਂ ਵਾਲੀ ਜਿੱਦ ਹੈ, ਇਹ ਜਿੱਦ ਸਹੀ ਨਹੀਂ। ਤੁਹਾਡੀ ਭਾਈਚਾਰੇ, ਆਪਣੇ ਕਲਾਕਾਰ ਭਾਈਚਾਰੇ ਨਾਲ ਕਿਸੇ ਨਾਲ ਗੱਲ ਹੋਈ ਗੁਰਦਾਸ ਮਾਨ ਦਾ ਜਦੋਂ ਗੀਤ ਆਇਆ, ਤੁਸੀਂ ਪੋਸਟ ਪਾਈ, ਕਿਸੇ ਨਾਲ ਇੱਦਾਂ ਰਾਬਤਾ ਕਾਇਮ ਹੋਇਆ ਕੋਈ ਕਿ ਨਹੀਂ ਹੋਇਆਗਾ? ਨਹੀਂ, ਮੈਨੂੰ 2-3 ਕਲਾਕਾਰਾਂ ਦੇ ਆਏ, ਉਹਨਾਂ ਨੇ ਕਿਹਾ, ਕਹਿੰਦੇ ਬਹੁਤ ਮਿਲੇ ਜੁਲੇ ਪ੍ਰਤੀਕਰਮ ਸੀਗੇ ਔਰ ਸਾਰਿਆਂ ਨੇ ਕਿਹਾ ਕਿ ਭਾਜੀ ਵੀ ਗੁਰਦਾਸ ਮਾਨ ਜੀ ਨਾਲ ਪਹਿਲਾਂ ਸਹੀ ਨਹੀਂ ਹੋਇਆ ਪਰ ਅੱਜ ਗੁਰਦਾਸ ਮਾਨ ਜੀ ਸਹੀ ਨਹੀਂ ਕਰ ਰਹੇ। ਬਹੁਤਾ ਸਾਡਾ ਕੰਸੈਂਸਸ ਇਹ ਸੀ ਕਿ ਪਹਿਲਾਂ ਗੁਰਦਾਸ ਮਾਨ ਜੀ ਨਾਲ ਸਹੀ ਨਹੀਂ ਹੋਇਆ, ਉਹਨਾਂ ਦੀ ਵੀ ਸਿਰਫ ਐਡੀ ਜੀ ਗੱਲ ਦੇ ਉੱਪਰ ਉਹਨਾਂ ਨੂੰ ਇਹ ਕਰਤਾ। ਸਾਰੀਆਂ ਗੱਲਾਂ ਨੇ, ਕੁਝ ਲੋਕ ਹੱਕ 'ਚ ਨੇ, ਕੁਝ ਖਿਲਾਫ ਨੇ ਔਰ ਇੰਡਸਟਰੀ ਕੁਝ ਸ਼ੇਅਰ ਵੀ ਕਰ ਰਹੀ ਹੈ, ਕੁਝ ਕਹਿ ਰਹੇ ਨਹੀਂ ਸਾਨੂੰ ਪਸੰਦ ਨਹੀਂ ਆਇਆ। ਮਿਲੇ ਜੁਲੇ ਪ੍ਰਤੀਕਰਮ ਨੇ ਔਰ ਇੰਡਸਟਰੀ ਦੀ ਗੱਲ ਸਮਝ ਲਓ ਕਿ ਸਾਡੀ ਇੰਡਸਟਰੀ ਹੈ, ਸਾਡਾ ਪੰਜਾਬੀ ਭਾਈਚਾਰਾ ਹੈ, ਅਸੀਂ ਸਾਰੇ ਆਪਸ ਜੁੜੇ ਹੋਏ ਹਾਂ। ਠੀਕ ਹੈ, ਅਸੀਂ ਪੰਜਾਬੀ ਹੋਣ ਦੇ ਨਾਤੇ ਵੀ ਜੁੜੇ ਹੋਏ ਹਾਂ, ਸਿਆਸੀ ਤੌਰ 'ਤੇ ਵੀ ਜੁੜੇ ਹੋਏ ਹਾਂ, ਅਸੀਂ ਕਲਾਕਾਰ ਹੋਣ ਦੇ ਨਾਤੇ ਵੀ ਜੁੜੇ ਹੋਏ ਹਾਂ। ਕੋਈ ਨਹੀਂ, ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਇਹਦੇ ਨਾਲ ਕੋਈ ਬਹੁਤ ਵੱਡੇ ਡਿਫਰੈਂਸਿਸ ਨਹੀਂ ਹੁੰਦੇ। ਅਸੀਂ ਥੋੜ੍ਹੇ ਦਿਨਾਂ 'ਚ ਫਿਰ ਉਹੋ ਜਿਹੇ ਹੋ ਜਾਂਦੇ ਹਾਂ, ਅਸੀਂ ਆਪਸ ਦੇ ਵਿੱਚ ਬਹਿਸ ਲੈਂਦੇ ਹਾਂ, ਗਾਲਾਂ ਵੀ ਕੱਢ ਲੈਂਦੇ ਹਾਂ, ਅਸੀਂ ਫਿਰ ਉਹੋ ਜਿਹੇ ਹੋ ਜਾਂਦੇ ਹਾਂ। ਸਾਨੂੰ ਪੰਜਾਬੀਆਂ ਨੂੰ ਇਹੋ ਜਿਹਾ ਹੀ ਸਾਡਾ ਸੁਭਾਅ ਹੈ ਔਰ ਮੈਨੂੰ ਲੱਗਦਾ ਇਹੋ ਜਿਹਾ ਹੀ ਹੋਣਾ ਚਾਹੀਦਾ। ਹੁਣ ਫਿਰ ਪੰਜਾਬੀਆਂ ਨੂੰ ਲੜਾਉਣ ਨੂੰ ਫਿਰਦੀ ਹੈ ਜੀ ਕੇਂਦਰ। SYL ਦਾ ਮੁੱਦਾ ਇੱਕ ਵਾਰ ਫਿਰ ਪੱਕ ਗਿਆ ਹੈਗਾ ਤੇ ਲੱਗਦਾ ਹੈ ਕਿ ਚੁੰਡੀਆਂ ਭਰੀਆਂ ਜਾ ਰਹੀਆਂ ਨੇ ਪੰਜਾਬ ਵਾਲਿਆਂ ਤੇ ਹਰਿਆਣੇ ਵਾਲਿਆਂ ਦੇ। 100% ਹੁਣ ਤਾਂ ਹੀ ਤਾਂ ਇਹ ਹੁਣ ਕਹਿ ਕੇ ਦੇਖਣ ਗੁਰਦਾਸ ਮਾਨ ਜੀ ਕੋਈ ਗੱਲ ਨਹੀਂ, ਪਾਣੀ ਸਭ ਦਾ ਸਾਂਝਾ ਹੁੰਦਾ, ਦੇ ਦਿਓ, ਫਿਰ ਉੱਥੇ ਰੌਲਾ ਪੈ ਜਾਊਗਾ। ਹਾਲਾਂਕਿ ਗੱਲ ਗਲਤ ਨਹੀਂ ਹੈ ਜੇ ਇਸ ਵੇਲੇ ਗੁਰਦਾਸ ਮਾਨ ਜੀ ਕਹਿਣ ਕਿ ਠੀਕ ਹੈ ਯਾਰ ਪਾਣੀ ਉੱਪਰ ਸਾਰੀ ਸ੍ਰਿਸ਼ਟੀ ਦਾ ਹੱਕ ਹੈ, ਬਿਲਕੁਲ ਦਰਵੇਸ਼ ਹੋਣ ਦੇ ਨਾਤੇ ਉਹ ਕਹਿਣ ਦਾ ਹੱਕ ਰੱਖਦੇ ਨੇ, ਪਰ ਜਦੋਂ ਹੁਣ ਉਹ ਕਹਿਣਗੇ ਤਾਂ ਰੌਲਾ ਪੈ ਜਾਊਗਾ। ਕਈ ਵਾਰੀ ਮੌਕਾ ਹੀ ਸਹੀ ਨਹੀਂ ਹੁੰਦਾ ਔਰ ਬੰਦੇ ਦੀ ਇੰਟੈਂਸ਼ਨ ਗਲਤ ਨਹੀਂ ਹੁੰਦੀ, ਉਸ ਵੇਲੇ ਮੌਕਾ ਸਹੀ ਨਹੀਂ ਸੀ। ਚਲੋ, ਸੁਪਰੀਮ ਕੋਰਟ ਦੀ ਐਸੀ ਟਿੱਪਣੀ ਆਈ ਹੈ ਕਿ ਮੈਂ ਤੁਹਾਨੂੰ ਥੋੜਾ ਜ਼ਿਆਦਾ ਸਮਾਂ ਖਿੱਚ ਰਿਹਾ, ਮਾਫੀ ਚਾਹੁੰਦਾ। ਮੈਂ ਚਾਹੁੰਦਾ ਕਿ ਮਸਾ ਤੁਸੀਂ ਮਿਲਦੇ ਹੋ ਤੇ ਮੈਂ ਚਾਹੁੰਦਾ ਕਿ ਹਰੇਕ ਜਵਾਬ ਤੁਹਾਡੇ ਤੋਂ ਜ਼ਰੂਰ ਲਿਆ ਜਾਵੇ ਕਿਉਂਕਿ ਪੰਗੇ ਪਾਣੇ ਪਵਾ ਦੇ, ਮੈਨੂੰ ਇੰਡਸਟਰੀ 'ਚੋਂ ਵੀ ਕਢਾ ਦਿਓ, ਮੈਨੂੰ ਨਾ ਇਹੋ ਜਿਹੀ ਯੂਨੀਵਰਸਿਟੀ 'ਚੋਂ ਵੀ ਕਢਾ ਦਿਓ। ਮੇਰੀ ਇਹੋ ਜਿਹੀ ਬਿਲਕੁਲ ਨਹੀਂ ਹੈਗੀ ਜੀ। ਜੇਕਰ ਤੁਹਾਨੂੰ ਇੰਟਰਵਿਊ ਸਹੀ ਲੱਗਿਆ ਤਾਂ ਜ਼ਰੂਰ ਸਾਨੂੰ ਦੱਸਿਓ, ਠੀਕ ਹੈ। ਮੇਰੀ ਇਹੋ ਜਿਹੀ ਕੋਈ ਮਨਸ਼ਾ ਨਹੀਂ ਹੈਗੀ। ਹੁਣ ਜਿਵੇਂ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਜੀ, ਮੈਂ ਕਈਆਂ ਨਾਲ ਗੱਲ ਕੀਤੀ, ਕਹਿੰਦੇ ਸੁਪਰੀਮ ਕੋਰਟ ਦਾ ਸਿਰਫ ਇਹ ਮਕਸਦ ਹੈ ਕਿ ਉਹ ਇਨਸਾਫ ਦੇਵੇ। ਸੁਪਰੀਮ ਕੋਰਟ ਦੀ ਟਿੱਪਣੀ ਹੈ ਕਿ ਪਾਣੀ ਇੱਕ ਕੁਦਰਤੀ ਸੋਮਾ, ਕੋਈ ਇਸ ਨੂੰ ਨਿੱਜੀ ਹੱਕ ਨਾ ਸਮਝੇ, ਕੋਈ ਇਹੋ ਜਿਹੀ ਮਾਨਸਿਕਤਾ ਨਾ ਰੱਖੇ।
ਸੁਪਰੀਮ ਕੋਰਟ ਕੁਝ ਵੀ ਕਹਿ ਸਕਦੀ ਹੈ, ਮਾਣਯੋਗ ਹੈ ਉਹ। ਜੇ ਕੁਝ ਕਵਾਂਗੇ ਤਾਂ ਅਗਲੇ ਘੜੀਸ ਲੈਣਗੇ। ਮਾਨਯੋਗ ਸੋ ਕੋਲ ਜਾਂ ਸੱਚੀ ਮਾਨਯੋਗ? ਨਹੀਂ ਬਸ ਤੁਸੀਂ ਹੁਣ ਠੀਕ ਹੈ, ਮਾਣਯੋਗ ਹੈ ਸਾਡੇ ਲਈ ਉਹ, ਠੀਕ ਹੈ, ਪਰ ਕੋਈ ਨਹੀਂ। ਸੁਪਰੀਮ ਕੋਰਟਾਂ ਦੇ ਆਦੇਸ਼ ਅਤੀਤ ਵਿੱਚ ਵੀ ਬਹੁਤ ਆਏ ਹੈਗੇ, ਮੰਨਣੇ ਸਾਡੇ ਪੰਜਾਬ ਦੇ ਲੋਕਾਂ ਲਈ ਜ਼ਰੂਰੀ ਨਹੀਂ ਹੈਗੇ। ਅਸੀਂ ਦੇਖਾਂਗੇ, ਸਾਡੀ ਆਪਦੀ ਜ਼ਿੰਦਗੀ ਜ਼ਰੂਰੀ ਹੈ। ਰਿਪੇਰੀਅਨ ਲਾ ਕੀ ਕਹਿੰਦਾ, ਠੀਕ ਹੈ। ਅਸੀਂ ਇਹਨਾਂ ਗੱਲਾਂ ਤੇ ਭਾਵੁਕ ਹੋ ਕੇ ਪੰਜਾਬੀਆਂ ਨੇ ਪਹਿਲਾਂ ਆਪਣਾ ਬਥੇਰਾ ਖਿਚਾਇਆ। ਪੰਜਾਬੀ ਤਾਂ ਬਹੁਤ ਮਹਾਨ ਹੁੰਦੇ ਆ, ਸਿੱਖ ਦੇਸ਼ ਲਈ ਲੜਦੇ ਹੀ ਚੰਗੇ ਲੱਗਦੇ ਆ। ਐਸੇ ਗੀਤ ਦੇ ਵਿੱਚ ਵੀ ਗੁਰਦਾਸ ਮਾਨ ਜੀ ਕਹਿੰਦੇ ਆ, ਉਹ ਕੌਣ ਜਿਹੜੇ ਉਹ ਬੰਦੇ ਵਧੀਆ ਸੀ ਜਿਹੜੇ ਦੇਸ਼ ਲਈ ਲੜੇ, ਇਹ ਕੌਣ ਆ ਜਿਹੜੇ ਬਾਵਲੀ ਦੇ ਗੱਦਾਰ? ਨਹੀਂ, ਤੁਸੀਂ ਵੰਡ ਨਹੀਂ ਸਕਦੇ ਮਾਨ ਸਾਹਿਬ ਸਿੱਖਾਂ ਨੂੰ। ਉਹੀ ਹੈ ਜਿਹੜੇ ਦੇਸ਼ ਲਈ ਲੜੇ, ਉਹੀ ਹੈ ਜਿਹੜੇ ਪੰਜਾਬੀ ਲਈ ਲੜ ਰਹੇ ਆ। ਇਹੀ ਤਾਂ ਪੰਗਾ। ਜਦੋਂ ਦੇਸ਼ ਲਈ ਲੜਨਾ ਹੋਵੇ ਅਸੀਂ ਬਹੁਤ ਚੰਗੇ ਆ, ਜਦੋਂ ਆਪਣੇ ਲਈ ਲੜਦੇ ਆ ਅਸੀਂ ਬਹੁਤ ਮਾੜੇ ਆ। ਨਹੀਂ, ਇਹ ਅਸੀਂ ਮਾਣਯੋਗ ਸੁਪਰੀਮ ਕੋਰਟ ਦਾ ਬਹੁਤ ਮਾਣ ਕਰਦੇ ਹਾਂ, ਪਰ ਅਸੀਂ ਦੇਖਾਂਗੇ ਸਾਡੇ ਪੰਜਾਬ ਕੋਲੇ ਪਾਣੀ ਕਿੰਨਾ ਕੁ ਹੈਗਾ, ਫਿਰ ਦੇਖਾਂਗੇ ਜਾਣ ਦੇਣਾ ਕਿ ਨਹੀਂ। ਅਖੀਰਲਾ ਸਵਾਲ, ਹੱਲ ਇਸ ਮਸਲੇ ਦਾ ਇਸ ਵਜ੍ਹਾ ਦਾ ਕਰੇ ਨਿਕਲ ਸਕਦਾ ਹੈ ਕਿਉਂਕਿ ਕੇਜਰੀਵਾਲ ਕਹਿੰਦੇ ਕਿ ਹੱਲ ਮੇਰੇ ਕੋਲ ਹੈਗਾ। ਕੇਜਰੀਵਾਲ ਸਾਹਿਬ ਕੋਲੇ ਬਹੁਤ ਕੁਛ ਹੈ, ਦਿਖਾ ਤਾਂ ਦੇਣਾ ਹੈ ਕਿ ਉਹਨਾਂ ਕੋਲੇ। ਸਾਨੂੰ ਵੀ ਪਤਾ ਲੱਗ ਜੇ ਹਾਲ ਦੀ ਘੜੀ ਤਾਂ ਅਸੀਂ ਜੁਮਲੇ ਦੇਖ ਰਹੇ ਹਾਂ, ਇਸ਼ਤਿਹਾਰ ਦੇਖ ਰਹੇ ਹਾਂ। ਚਲੋ ਰੱਬ ਕਰੇ, ਦੁਆ ਕਰੇ ਉਹ ਪੰਜਾਬ 'ਚ ਉਹਨਾਂ ਦੀ ਬਹੁਤ ਤਾਕਤ ਨਾਲ ਸਰਕਾਰ ਬਣੀ ਹੈ ਕਿ ਇੱਥੇ ਵੀ ਬਹੁਤ ਸਾਰੇ ਮਸਲਿਆਂ ਦੇ ਹੱਲ ਕੱਢ ਕੇ ਦਿਖਾਉਣ। 6 ਮਹੀਨੇ ਬੀਤ ਚੁੱਕੇ ਆ, ਮੈਨੂੰ ਹਾਲ ਦੀ ਘੜੀ ਮਸਲਿਆਂ ਦੇ ਹੱਲ ਨਹੀਂ ਲੱਭ ਰਹੇ। ਠੀਕ ਹੈ, ਗਵਰਨੈਂਸ ਉਹਨਾਂ ਦੀ ਵਧੀਆ ਚੱਲਦੀ ਪਈ ਹੈਗੀ, ਚੀਜ਼ਾਂ ਸਾਰੀਆਂ ਥਾਂ ਟਿਕਾਣੇ 'ਤੇ ਆ, ਪਰ ਜਿਹੜੇ ਮਸਲੇ ਹੈਗੇ ਉਹ ਤਾਂ ਉੱਥੇ ਹੀ ਖੜੇ ਹੈਗੇ। ਹੁਣ ਦੇਖਦੇ ਹਾਂ SYL ਉੱਪਰ ਉਹ ਕੀ ਕਰਦੇ ਹੈਗੇ। ਸਾਨੂੰ ਚੰਗਾ ਲੱਗੂਗਾ ਕਿ ਜੇ ਆਪ ਗਵਰਨਮੈਂਟ ਜਿਹੜੀ ਕਿ ਮੇਰੇ ਸਾਥੀਆਂ ਦੀ ਗਵਰਨਮੈਂਟ ਹੈ, ਜੇ ਉਹ ਕੋਈ ਚੰਗਾ ਕੰਮ ਕਰ ਜਾਂਦੀ ਹੈ, ਪਰ ਦੇਖਦੇ ਹਾਂ ਕੀ ਕੱਢ ਕੇ ਲੈ। ਉਮੀਦ ਹੈ ਜੀ, ਉਮੀਦ ਲੀਡਰਾਂ, ਦੇਸ਼ ਦੇ ਲੀਡਰਾਂ ਤੋਂ ਮੈਨੂੰ ਬਹੁਤ ਜ਼ਿਆਦਾ ਉਮੀਦ ਨਹੀਂ ਹੁੰਦੀ। ਮੈਨੂੰ ਲੱਗਦਾ ਮੁੱਦੇ ਜਿਉਂਦੇ ਰੱਖੇ ਜਾਂਦੇ ਨੇ, ਉਹ ਹੱਲ ਕਰਨਾ ਚਾਹੁੰਦੇ ਹੋਣਗੇ। ਇਲੈਕਸ਼ਨ ਆਏ ਨੇ, ਹਰਿਆਣੇ ਵਿੱਚ ਇਲੈਕਸ਼ਨ ਨੇ, ਹਰਿਆਣੇ ਦੇ ਸਰਕਾਰ ਨੇ ਲੜਨੇ ਆ, ਅਤੇ ਭਾਜਪਾ ਨੇ ਲੜਨੇ ਆ, ਕਾਂਗਰਸ ਨੇ ਲੜਨੇ ਆ, ਅਸੀਂ ਜਾ ਕੇ ਲੜਨੇ ਆ। ਰੌਲਾ ਪਾ ਕੇ ਮੁੱਦਾ ਚੱਕ ਲਾਂਗੇ ਜਦੋਂ ਇਹ ਇਲੈਕਸ਼ਨ ਨਿਕਲ ਜਾਣਗੇ, ਤੂੰ ਕੌਣ ਤੇ ਮੈਂ ਕੌਣ। ਚਲੋ, ਬਹੁਤ ਬਹੁਤ ਧੰਨਵਾਦ ਪਾਲੀ ਜੀ। ਤਾਂ ਗੱਲਬਾਤ ਕੀਤੀ ਹੈ ਪਾਲੀ ਭੁਪਿੰਦਰ ਹੋਰਾਂ ਦੇ ਨਾਲ, ਖੁੱਲ੍ਹ ਕੇ ਗੱਲਾਂ ਕੀਤੀਆਂ ਨੇ। ਤੇ ਤੁਹਾਨੂੰ ਇਹ ਇੰਟਰਵਿਊ ਕਿਵੇਂ ਦਾ ਲੱਗਿਆ, ਫੀਡਬੈਕ ਸਾਨੂੰ ਜ਼ਰੂਰ ਦਿਓ। ਪਰ ਇੱਕ ਗੱਲ ਬਿਲਕੁਲ ਸਾਫ਼ ਹੈ ਕਿ ਜੋ ਕੰਟਰੋਵਰਸੀ ਹੋਈ ਸੀ ਗੁਰਦਾਸ ਮਾਨ ਵਾਲੀ, ਉਸਨੇ ਦੋ ਜਮਾਤਾਂ ਨੂੰ ਵੰਡ ਦਿੱਤਾ। ਇਹ ਵਿਚਾਰਧਾਰਾਵਾਂ ਵੀ ਵੱਖਰੀਆਂ ਨੇ। ਤੁਹਾਡਾ ਇਸ ਇੰਟਰਵਿਊ ਨੂੰ ਲੈ ਕੇ ਕੀ ਫੀਡਬੈਕ ਹੈ, ਸਾਨੂੰ ਇੰਤਜ਼ਾਰ ਰਹੇਗਾ ਕਮੈਂਟਾਂ ਦੇ ਵਿੱਚ। ਬਾਕੀ ਹੋਰ ਤਾਜ਼ੀਆਂ ਤੇ ਵੱਡੀਆਂ ਖਬਰਾਂ ਲਈ ਦੇਖਦੇ ਰਹੋ ਰੋਜ਼ਾਨਾ ਸਪੋਕਸਮੈਨ। ਕੈਮਰਾਮੈਨ ਸੁਖਜਿੰਦਰ ਦੇ ਨਾਲ ਮੈਂ ਅਮਿਤ ਕੁਮਾਰ, ਧੰਨਵਾਦ।